ਬੱਚਿਆਂ 'ਚ ਗੱਲ ਕਰਾਂ, why the willpower have lost? Because too much of excessive masturbation has led to this situation. When you do masturbation and at the ejaculation, people, since they are into lot of these activities now, you will find very early age heart attacks as well. Oh my God. Getting into any such thing, ਤੁਹਾਨੂੰ ਇਹ masturbation ਯਾਦ ਵੀ ਨਹੀਂ ਆਈ. ਧਿਆਨ ਨਹੀਂ ਰਹੇਗਾ. ਹਾਂ, that's how it is. How do you see, according to you, what is rape? ਸੈਕਸ਼ੁਅਲੀ ਕਿਸੇ ਤੇ ਆਪਣੇ ਆਪ ਨੂੰ ਇੰਪਲੀਮੈਂਟ ਕਰਨਾ ਜ਼ਬਰਦਸਤੀ. So truly you are raping somebody is all about, ਅਗਰ ਤੁਹਾਡੇ ਮਨ 'ਚ ਇਹ ਥਾਟ ਵੀ ਆ ਗਿਆ ਨਾ, ਉਹ ਯਾਰ ਉਹ ਕੁੜੀ ਜਾ ਰਹੀ ਹੈ, I have to do something, that means you are equally a rapist. Everybody says that the women is not safe. But nobody questions the women is not safe from the men. ਕੁੜੀ ਨੂੰ ਰਾਤ ਦੇ 12 ਵਜੇ ਤੋਂ ਬਾਅਦ ਬਾਹਰ ਨਹੀਂ ਨਿਕਲਣਾ ਚਾਹੀਦਾ, ਸੇਫ ਨਹੀਂ. ਬੜੇ ਸਾਰੇ ਤੁਸੀਂ ਸੁਣਦੇ ਹੋ ਇੰਡੀਆ 'ਚ ਕੇਸ ਆਉਂਦੇ ਨੇ, ਰੇਪ ਦੇ ਕੇਸ ਆਉਂਦੇ ਨੇ, there are different cases. The problem which lot of West countries suffering with of depression, the major thing is ਲੋਕਾਂ ਦਾ IQ ਤੇ ਬਹੁਤ ਵੱਧ ਗਿਆ. ਪਰ ਅੱਜ ਕੱਲ੍ਹ ਜੇ ਅੱਜ ਦੀ ਜਨਰੇਸ਼ਨ ਨੂੰ ਦੇਖੋ ਤਾਂ ਆਈ ਸੇ ਵੈਰੀ ਓਪਨਲੀ ਕਿ ਦੇ ਆਰ ਮੋਰ ਇਨਟੂ ਡਰੱਗਸ, ਤਾਂ ਫਿਰ ਆਉਣ ਵਾਲੀ ਜਨਰੇਸ਼ਨ ਪਹਿਲਾਂ ਤਾਂ ਪੈਦਾ ਕਰਨ ਦੀ ਪਾਵਰ ਹੈ. We start blaming that it's all because of the men. That's not the right ideology. ਕੁੜੀ ਤੇ for example for any reason he got, ਉਹਦੀ ਈਗੋ ਹਟ ਹੋ ਗਈ ਔਰ ਉਹਨੇ ਐਸਿਡ ਸੁੱਟਤਾ. ਈਗੋ ਕਿਸੇ ਕਰਕੇ ਵੀ ਹਿੱਟ ਹੋ ਗਈ. ਕੇਸਿਸ ਸੁਣਦੇ ਹੋ ਨਾ ਇਸ ਤਰੀਕੇ ਦੇ ਵੀ. What's that? It's a part of my self obsession. Validation ਮੰਨ ਰਿਹਾ ਹੈ ਆਪਣੀ society ਵਿੱਚ status symbol ਦਾ. ਉਹ ਕਹਿੰਦਾ ਜੀ ਮੇਰੀ ਫੋਟੋ ਤੇ ਅਗਰ 100 ਲਾਈਕ ਆਏ ਨੇ, 200 ਆਏ ਨੇ ਤੇ ਮੇਰੀ ਇੱਕ social validation ਹੈ, ਉਹ I am doing good. Divorce ਹੋਇਆ ਹੈ. When the person is not able to ਉਸ ਨਾਲ ਨਿਭਾ ਨਹੀਂ ਪਾ ਰਹੇ, then how you can say the things are balanced? ਜਿੱਥੇ only boys schools ਨੇ ਜਾਂ only girls schools ਨੇ, you will always find ਉਹਨਾਂ ਨੂੰ ਬੜਾ ਜਰਕ ਆਉਂਦਾ the moment they step into college. ਕਿਉਂਕਿ 12 ਸਾਲ ਇੱਕ ਬੰਦਾ ਫੈਮਿਨਿਨ એનર્ਜੀ ਸਿਰਫ ਫੈਮਿਨਿਨ ਚ ਰਹੀ ਹੈ, ਉਹਨੇ ਮਸਕੁਲਿਨ એનર્ਜੀ ਨੂੰ ਐਕਸਪੀਰੀਅੰਸ ਹੀ ਨਹੀਂ ਕਰਿਆ, ਤੇ ਹਿੱਟ ਤਾਂ ਹੋਏਗਾ ਨਹੀਂ ਹੋਏਗਾ. being spiritual ground ਹੀ ਇਹ ਪ੍ਰੋਬਲਮ ਨੂੰ ਫਿਕਸ ਕਰ ਸਕਦਾ ultimately. there's no other way to it. The simple definition, biologically a man and women is different, but ਜਿਹੜਾ society wise ਅਸੀਂ ਇਹ difference create ਕੀਤਾ ਹੈ, what do you think from where it started? let's pick up ਭਗਵਦ ਗੀਤਾ. ਤੇ ਤੁਸੀਂ ਉੱਥੇ ਵੀ ਅਗਰ ਦੇਖੋਗੇ ਤੇ ਫੀਮੇਲ ਪ੍ਰਤਾੜਿਤ ਹੋ ਰਹੀ ਹੈ ਇੱਕ ਪੁਆਇੰਟ ਤੇ, ਐਂਡ ਉੱਥੇ ਤੁਸੀਂ ਦੇਖੋਗੇ ਤੇ ਫੀਮੇਲ ਐਮਪਾਵਰਡ ਨਹੀਂ ਹੈ ਕਿ ਉਸੀ ਫੀਮੇਲ ਦੇ ਕਰਕੇ ਪੂਰੀ ਮਹਾਭਾਰਤ ਹੋਈ. It is always the society always works on the cause and effect. People ਉਹ ਕਹਿੰਦੇ ਨੇ ਨਾ ਕਿ ਤੁਸੀਂ ਜਿਵੇਂ ਕਈ ਗੱਲ ਇਮੀਡੀਏਟਲੀ ਉਠਾ ਕੇ ਬੰਦੂਕ ਚੱਕ ਲਈ, ਨਾ ਜੀ ਨਾ, ਸਵਾਲ ਹੀ ਕਿਵੇਂ ਪੈਦਾ ਹੋ ਗਿਆ ਯਾਰ. ਮਤਲਬ ਯੂ ਆਰ ਸੇਇੰਗ ਕਿ ਵੀ ਆਰ ਨਾਟ ਸਟਰੋਂਗ, ਵੀ ਆਰ ਨਾਟ, ਸੋ ਵੀ ਆਰ ਨਾਟ ਸੇਇੰਗ. ਤੇ ਪਹਿਲੀ ਗੱਲ ਤੇ ਇਹ ਹੈ ਕਿ ਕੈਨੇਡਾ ਓਵਰਆਲ, ਨਾਟ ਜਸਟ ਦ ਵਿਮਨ ਬਟ ਤੁਸੀਂ ਓਵਰਆਲ ਗੱਲ ਕਰੋਗੇ ਤੇ ਐਂਟਰਪ੍ਰੀਨਿਓਰਸ਼ਿਪ ਇੱਥੇ ਕੋਈ ਬਹੁਤ ਸਟਰੋਂਗਲੀ ਪ੍ਰਮੋਟ ਹੋ ਨਹੀਂ ਰਹੀ ਹੈ. ਮੈਨੂੰ ਲੱਗਦਾ ਹੈ ਕਿ ਮੇਬੀ ਬਿਕਾਜ਼ ਆਫ ਸੋਸ਼ਲ ਮੀਡੀਆ ਅਸੀਂ ਉਹਨੂੰ ਉੱਥੇ ਤੱਕ ਰਿਸਟ੍ਰਿਕਟ ਕੀਤਾ ਕਿ ਵੀ ਜਿਹੜਾ ਇਨਸਾਨ ਰੋਂਦਾ ਹੈ ਜਾਂ ਜਿਹਦੇ ਆਂਸੂ ਬਾਹਰ ਆਉਂਦੇ ਹੈ, ਸੋ ਉਹ ਇਮੋਸ਼ਨਲ ਹੈ. ਨਹੀਂ, ਐਸਾ ਨਹੀਂ ਹੈ, ਕਿਉਂਕਿ ਕ੍ਰਾਈਂਗ ਇਜ਼ ਵਨ ਆਫ ਦੀ ਫਾਰਮ ਜਿੱਥੇ ਇਮੋਸ਼ਨ ਬੜੀ ਸਟਰੋਂਗਲੀ ਮੈਨੀਫੈਸਟ ਹੁੰਦੀ ਹੈ, ਤਾਂ ਕਰਕੇ ਸਾਨੂੰ ਕ੍ਰਾਈਂਗ ਇੱਕ ਇਮੋਸ਼ਨ ਲੱਗਦੀ ਹੈ. ਉਹ ਕਿਉਂ ਕਹਿੰਦੇ ਨੇ ਜਦ ਕੀਰਤਨ ਹੁੰਦਾ ਹੈ ਕੋਈ ਵੀ ਗੁਰਦੁਆਰੇ 'ਚ, ਉਹ ਕਹਿੰਦੇ ਨੇ ਨਾ ਕੀਰਤਨ ਹੋ ਰਿਹਾ ਹੈ ਤਾਂ ਗੁਰੂ ਸਾਹਿਬ ਆ ਰਹੇ ਨੇ. ਜਦ ਸੰਗਤ ਮਿਲ ਗਈ, दास मिल गया, कीर्तन हो रहा है, तो what is that? It's about the bhav. It's about that intention. It's about that mindset. ਬੱਚਾ ਹੀ ਘਰ ਦੇ ਵਿੱਚ ਇੱਕ ਬੇਟੀ ਹੁੰਦੀ ਹੈ, ਇੱਕ ਬੇਟਾ ਹੁੰਦਾ ਹੈ, ਸੋ ਜਿਹਨੂੰ ਅਸੀਂ ਆਈਡੀਓਲੋਜੀਕਲੀ ਸਾਡੇ ਜ਼ਮਾਨੇ ਦੇ ਵਿੱਚ ਕਹਿੰਦੇ ਹਾਂ ਜੀ ਕੰਪਲੀਟ ਫੈਮਿਲੀ. ਹਾਂਜੀ, ਹਾਲਾਂਕਿ ਦ ਫੈਮਿਲੀ ਹੂ ਇਜ਼ ਹੈਵਿੰਗ 2 ਸਨ ਔਰ 2 ਡਾਟਰ ਦੇ ਆਰ ਆਲਸੋ ਕੰਪਲੀਟ, ਬਟ ਇੱਕ ਸਾਡੀ ਆਈਡੀਓਲੋਜੀ ਬਣੀ ਹੋਈ ਹੈ ਕਿ ਇੱਕ ਕੁੜੀ ਹੋਵੇ ਇੱਕ ਮੁੰਡਾ ਹੋਵੇ, ਦੈਟਸ ਅ ਕੰਪਲੀਟ ਫੈਮਿਲੀ, ਹੈ ਨਾ. In whole world there are 3 schools of J. Krishnamurti. 2 ਇੰਡੀਆ 'ਚ ਹੈ, ਇੱਕ UK 'ਚ ਨੇ, 3 ਸਕੂਲ ਲੱਗੇ ਨੇ. They have an affiliation from Cambridge. ਉਹਦਾ ਕ੍ਰਾਈਟੇਰੀਆ ਬੜਾ ਟਫ ਹੈ ਅੱਜ ਦੇ ਹਿਸਾਬ ਨਾਲ ਐਡਮਿਸ਼ਨ ਲੈਣ ਦਾ. If you really want to apply and get into it, the first criteria is parents ਪਿਛਲੇ from the date of application 1 ਸਾਲ ਤੱਕ WhatsApp use ਨਹੀਂ ਕਰ ਰਹੇ ਹੋਣੇ ਚਾਹੀਦੇ. It is yours, life is yours, you play with it, you will be played by the life. You have to pay for it. When you are in this state, ask yourself your purpose. I must say it very strongly on this podcast and I say it openly. Unfortunately, ਅੱਜ ਦੀ ਡੇਟ ਵਿੱਚ ਤੁਸੀਂ ਦੇਖੋਗੇ ਬਥੇਰੇ ਪੋਡਕਾਸਟ ਆ ਚੁੱਕੇ ਨੇ. 80% ਪੋਡਕਾਸਟ ਵੀ ਵਿਦਾਊਟ ਐਨੀ ਪਰਪਸ ਰਨ ਕਰ ਰਹੇ ਨੇ ਬਿਕੋਜ਼ ਇਟ ਹੈਜ਼ ਕਮ ਐਜ਼ ਅ ਟ੍ਰੈਂਡ.
Let Me Speak podcast is powered by ICW Immigration. They are your buddy beyond borders. They have offices across Canada, Australia and India. ਕਿਸੇ ਵੀ ਇਮੀਗ੍ਰੇਸ਼ਨ ਦੀ ਸਲਾਹ ਦੇ ਲਈ contact ICW Immigration. They have offices in Winnipeg, Brandon, Mississauga, Calgary, Sydney, Surrey, Regina, Sault Ste. Marie and Chandigarh. For any immigration assistance, contact ICW Immigration. ਹੈਲੋ ਜੀ, ਆਈ ਹੋਪ ਯੂ ਆਰ ਡੂਇੰਗ ਵੈਲ। ਲੈਟ ਮੀ ਸਪੀਕ ਪੋਡਕਾਸਟ ਦੇ ਨੈਕਸਟ ਐਪੀਸੋਡ ਦੇ ਵਿੱਚ ਤੁਹਾਡਾ ਵੈਲਕਮ ਹੈ। ਆਈ ਹੋਪ ਕੁਛ ਨਾ ਕੁਛ ਸਿੱਖਣ ਨੂੰ ਤੁਹਾਨੂੰ ਇਹਨਾਂ ਐਪੀਸੋਡਸ ਤੋਂ ਮਿਲ ਰਿਹਾ ਹੋਵੇਗਾ। ਸੋ ਅੱਜ ਦੇ ਜਿਹੜੇ ਮਹਿਮਾਨ ਨੇ ਉਹਨਾਂ ਤੋਂ ਵੀ ਤੁਹਾਨੂੰ ਸਿੱਖਣ ਨੂੰ ਬਹੁਤ ਕੁਛ ਮਿਲਦਾ ਹੈ। ਵਿਮਨਸ ਇਨ ਕੈਨੇਡਾ ਦੀ ਹਮੇਸ਼ਾ ਮੈਂ ਗੱਲ ਕਰਦੀ ਹਾਂ ਅਤੇ ਅੱਜ ਸਾਡੇ ਨਾਲ ਜਿਹੜੇ ਮਹਿਮਾਨ ਨੇ ਉਹ ਵੀ ਇਸੇ ਸਾਈਡ ਦੀ ਗੱਲ ਕਰਨਗੇ। ਬਹੁਤ ਘੱਟ ਵਿਮਨਸ ਹੁੰਦੀਆਂ ਜਿਹੜੀਆਂ ਕਈ ਵਾਰ ਆਪਣੇ ਲਈ ਅੱਗੇ ਆ ਪਾਉਂਦੀਆਂ ਸੋਸ਼ਲ ਮੀਡੀਆ 'ਤੇ। ਅੱਜ ਕੱਲ੍ਹ ਅਸੀਂ ਮੇਲਸ ਨੂੰ ਦੇਖ ਰਹੇ ਹਾਂ ਕਿ ਉਹ ਵਿਮਨ ਸਾਈਡ ਦੀ ਗੱਲ ਕਰਦੇ ਹੈ। ਸੋ ਇਹਦੀ ਜ਼ਰੂਰਤ ਹਾਲੇ ਵੀ ਕਿਉਂ ਹੈ? ਇੱਕ ਲੇਡੀ ਨੂੰ ਕਿਉਂ ਜ਼ਰੂਰਤ ਪੈਂਦੀ ਹੈ ਇਹਨਾਂ ਚੀਜ਼ਾਂ ਦੀ ਕਿ ਉਹਨਾਂ ਦੇ ਰਾਈਟਸ ਦੀ ਗੱਲ ਕੀਤੀ ਜਾਵੇ, ਉਹਦੇ ਬਾਰੇ ਵੀ ਗੱਲ ਕਰਾਂਗੇ। ਤੇ ਨਾਲ ਜਿਹੜੇ ਮਹਿਮਾਨ ਸਾਡੇ ਨਾਲ ਨੇ, ਹੀ ਇਜ਼ ਡਿਜੀਟਲੀ ਵੈਰੀ ਐਕਟਿਵ ਐਂਡ ਉਹਨਾਂ ਦੀ ਫੀਲਡ ਡਿਜੀਟਲੀ ਲੋਕਾਂ ਨੂੰ ਪ੍ਰਮੋਟ ਕਰਨ ਦੀ ਐਂਡ ਸਟਾਰਟਅਪ ਕਰਨ ਦੀ ਹੈ ਐਂਟਰਪ੍ਰੀਨਿਓਰਸ਼ਿਪ ਦੇ ਵਿੱਚ। ਸੋ ਕੀ ਉਹਨਾਂ ਦੀ ਜਰਨੀ ਹੈ, ਕਿਵੇਂ ਉਹਨਾਂ ਦੇ ਵਿਊ ਪੁਆਇੰਟਸ ਉਹਨਾਂ ਦੀ ਜਰਨੀ ਦੇ ਨਾਲ ਰਿਲੇਟ ਕਰਦੇ ਨੇ। ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਡਾਕਟਰ ਉਜਵਲ ਜੀ। ਵੈਲਕਮ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ। ਕਿਵੇਂ ਰਿਹਾ ਇੰਨੇ ਦਿਨਾਂ ਦਾ ਕੈਨੇਡਾ? ਸੁਪਰ ਫੈਂਟਾਸਟਿਕ, ਰੌਕਿੰਗ ਰਿਹਾ ਜੀ, ਬਿਲਕੁਲ ਵਧੀਆ। ਕੈਨੇਡਾ ਕਿਸ ਤਰ੍ਹਾਂ ਵੈਲਕਮ ਕਰਦਾ ਹੈ ਤੁਹਾਨੂੰ? ਕਿਉਂਕਿ ਮੈਂ ਦੇਖਿਆ ਕਿ ਲੋਕ ਨਾ ਇੱਥੇ ਆਉਣ ਦੇ ਲਈ ਆਲਵੇਜ਼ ਦੇ ਆਰ ਵੈਰੀ ਈਗਰ, ਹੈ ਨਾ। ਐਂਡ ਵੈਨ ਯੂ ਕਮ ਹੇਅਰ ਯੂ ਸੀ ਅ ਡਿਫਰੈਂਟ ਕਾਈਂਡ ਆਫ ਵਾਰਮਥ। ਹਾਊ ਯੂ ਗੋਟ ਦੈਟ ਵੈਲਕਮ? ਨਹੀਂ, ਦ ਵੈਲਕਮ ਹੈਜ਼ ਬੀਨ ਵੰਡਰਫੁਲ। ਲੋਕਾਂ ਦਾ ਆਉਣ ਦਾ ਰੁਝਾਨ ਤੇ ਮਤਲਬ ਇਟਸ ਆਲਵੇਜ਼ ਨਾ, ਉਹ ਕਹਿੰਦੇ ਨੇ ਹਰ ਬੰਦਾ ਨੂੰ ਅਟਰੈਕਟ ਕਰਦਾ ਵੈਨ ਯੂ ਸੀ ਲੋਟ ਆਫ ਥਿੰਗਸ ਇਨ ਸੋਸ਼ਲ ਮੀਡੀਆ। ਯਾਰ ਮੈਂ ਵੀ ਜਾਣਾ ਚਾਹੁੰਦਾ, ਬਟ ਟੂ ਬੀ ਵੈਰੀ ਓਨੈਸਟ ਕਮਿੰਗ ਹੇਅਰ ਇਟ ਹੈਜ਼ ਬੀਨ ਸੁਪਰ ਫੈਂਟਾਸਟਿਕ, ਬਹੁਤ ਵਧੀਆ। ਐਂਡ ਉਹ ਮਤਲਬ ਇਟ ਹੈਜ਼ ਬੀਨ ਅ ਵੰਡਰਫੁਲ ਸੁਪਰਬ ਇਨ ਕੈਨੇਡਾ ਹੈਜ਼ ਬੀਨ ਬਿਊਟੀਫੁਲ। ਵੈਰੀ ਨਾਈਸ। ਅੱਛਾ, ਮੈਂ ਵਿਮਨਸ ਐਸਪੈਕਟ ਦੀ ਗੱਲ ਕੀਤੀ ਤਾਂ ਆਈ ਆਲਵੇਜ਼ ਲੁੱਕ ਫॉर ਵਿਮਨਸ ਕਿ ਮੈਨੂੰ ਕੋਈ ਓਬਵੀਅਸਲੀ ਹੋਣਗੀਆਂ। ਆਈ ਐਮ ਨਾਟ ਬਲੇਮਿੰਗ ਐਨੀਬਡੀ। ਹੋ ਸਕਦਾ ਕਿ ਸਾਡੇ ਚੈਨਲ ਦੀ ਜਾਂ ਸਾਡੀ ਰੀਚ ਹਾਲੇ ਉਹਨਾਂ ਲੇਡੀਜ਼ ਤੱਕ ਨਾ ਹੋਏ ਜਿਹੜੇ ਖੁੱਲ੍ਹ ਕੇ ਵਿਮਨਸ ਬਾਰੇ ਗੱਲ ਕਰ ਸਕਦੀਆਂ। ਬਟ ਵੀ ਹੈਵ ਯੂ ਟੂਡੇ ਐਂਡ ਆਈ ਸੀ ਯੂ ਟਾਕਿੰਗ ਅਬਾਊਟ, ਜਦੋਂ ਤੁਹਾਡਾ ਪੋਡਕਾਸਟ ਵੀ ਦੇਖਦੇ ਹਾਂ ਜਾਂ ਤੁਹਾਡੇ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਹਾਂ ਤਾਂ ਯੂ ਟਾਕ ਅਬਾਊਟ ਦ ਗੁੱਡ ਸਾਈਡ ਆਫ ਇਟ, ਹੈ ਨਾ। ਹਰ ਚੀਜ਼ ਨੂੰ ਇਨ ਡੈਪਥ ਡਿਟੇਲ ਦੇ ਵਿੱਚ ਸਾਹਮਣੇ ਲੈ ਕੇ ਆਉਂਦੇ ਹੋ, ਖਾਸ ਕਰਕੇ ਵਿਮਨ ਐਂਟਰਪ੍ਰੀਨਿਓਰਸ਼ਿਪ ਦੀ। ਸੋ ਕੈਨੇਡਾ ਦੇ ਵਿੱਚ ਗੱਲ ਕਰੀਏ ਤਾਂ ਤੁਸੀਂ ਇੱਕ ਡਿਫਰੈਂਸ ਕੀ ਦੇਖਿਆ? ਇੱਕ ਵਿਮਨ ਦੀ ਜ਼ਿੰਦਗੀ ਦੀ ਗੱਲ ਕਰਦੇ ਹਾਂ, ਇੱਕ ਵਿਮਨ ਦੀ ਜ਼ਿੰਦਗੀ ਇੰਡੀਆ ਦੇ ਵਿੱਚ ਤੇ ਕੈਨੇਡਾ ਦੇ ਵਿੱਚ, ਪਹਿਲਾਂ ਤਾਂ ਫਰਕ ਕੀ ਹੈ? ਦੇਖੋ, ਇਫ ਯੂ ਵਿਲ ਬੀ ਵੈਰੀ ਸਪੈਸੀਫਿਕ, ਤੁਸੀਂ ਕਹੋਗੇ ਅਗਰ ਵਿਮਨ ਦੀ ਗੱਲ ਕਰੋਗੇ ਸੇ ਦੋਨੋਂ ਤਰੀਕੇ ਦੇ ਪ੍ਰੋਜ਼ ਵੀ ਹੈ, ਕੌਨਸ ਵੀ ਹੈਗੇ ਨੇ। ਤੇ ਪਹਿਲੀ ਗੱਲ ਤਾਂ ਇਹ ਹੈ ਕਿ ਕੈਨੇਡਾ ਓਵਰਆਲ, ਨਾਟ ਜਸਟ ਦ ਵਿਮਨ ਬਟ ਤੁਸੀਂ ਓਵਰਆਲ ਗੱਲ ਕਰੋਗੇ ਤੇ ਐਂਟਰਪ੍ਰੀਨਿਓਰਸ਼ਿਪ ਇੱਥੇ ਕੋਈ ਬਹੁਤ ਸਟਰੋਂਗਲੀ ਪ੍ਰਮੋਟ ਹੋ ਨਹੀਂ ਰਹੀ ਹੈ। ਤੁਸੀਂ ਕਹੋ ਕਿ ਲੋਕਾਂ ਨੂੰ ਪਲੈਟਫਾਰਮ ਨਿਕਲ ਕਰਕੇ, ਫਿਰ ਵੀ ਮੈਂ ਦੇਖਿਆ ਥੋੜ੍ਹੇ ਗਵਰਨਮੈਂਟ ਦੇ ਫਿਰ ਪ੍ਰੋਗਰਾਮ ਹੈਗੇ ਨੇ, ਬਟ ਦੀ ਅਵੇਅਰਨੈਸ ਜਿਹੜੀ ਹੁੰਦੀ ਨੇ ਦੈਟ ਇਜ਼ ਨਾਟ ਦੇਅਰ। ਅਤੇ ਬੜੀ ਸਾਰੀ ਫੀਮੇਲਸ ਘਰ ਦੇ 'ਚ ਹੀ ਇਫ ਦੇ ਆਰ ਨਾਟ ਵਰਕਿੰਗ, ਉਹ ਘਰ ਦੇ ਹੀ ਮੰਨ ਲਓ ਕੰਮ ਕਰ ਰਹੇ ਨੇ ਐਂਡ ਡੇ ਟੂ ਡੇ ਡੇਲੀ ਘਰ ਦੇ ਕੰਮਾਂ 'ਚ ਹੀ ਬਿਜ਼ੀ ਹੈ। ਬਟ ਐਟ ਦਿਸ ਐਂਡ ਆਫ ਦ ਡੇ ਜਿਹੜੀ ਉਹ ਅਵੇਅਰਨੈਸ ਹੋਣੀ ਚਾਹੀਦੀ ਹੈ ਦੈਟ ਇਜ਼ ਨਾਟ ਦੇਅਰ ਇਨ ਕੈਨੇਡਾ। ਐਂਡ ਇੰਡੀਆ ਦੀ ਗੱਲ ਕਰਾਂ ਤਾਂ ਇਟ ਇਜ਼ ਮਚ ਮੋਰ ਦੈਨ ਕੈਨੇਡਾ। ਉਹ ਕਹਿਣ ਨੂੰ ਦੂਰ ਤੋਂ ਕੈਨੇਡਾ ਇਜ਼ ਡਿਵਲਪਡ ਇਨ ਲੋਟ ਆਫ ਥਿੰਗਸ, ਇਟ ਇਜ਼ ਡਿਵਲਪਡ, ਬਟ ਇਸ ਏਰੀਆ ਦੇ ਮੈਂ ਕਹਾਂਗਾ ਕਿ ਇਟ ਇਜ਼ ਵੇ ਬਿਹਾਈਂਡ। ਸੈਕੰਡਲੀ ਔਨ ਦੀ ਪਾਰਟ ਆਫ ਐਮਪਾਵਰਮੈਂਟ ਦੀ ਅਗਰ ਇੱਕ ਓਵਰਆਲ ਅਸੀਂ ਗੱਲ ਕਰੀਏ, ਦੇਖੋ ਇਫ ਯੂ ਵਿਲ ਕੰਪੇਅਰ ਵਿਦ ਇੰਡੀਆ ਇਜ਼ ਅ ਹਿਊਜ ਡਾਈਵਰਸਿਟੀ, ਬਹੁਤ ਵੱਡੀ। ਇੰਡੀਆ 'ਚ ਤੁਹਾਨੂੰ ਸਭ ਤੋਂ ਫਾਈਨੈਸਟ ਵੀ ਮਿਲੇਗਾ ਐਂਡ ਯੂ ਵਿਲ ਫਾਈਂਡ ਦ ਮੋਸਟ ਹੰਬਲ, ਬਿਕੋਜ਼ ਐਵਰੀ ਕਾਈਂਡ ਆਫ ਡਾਈਵਰਸਿਟੀ ਲਿਵਸ ਓਵਰ ਦੇਅਰ। ਉੱਥੇ ਫੀਮੇਲ ਬੜੀ ਪ੍ਰਤਾੜਿਤ ਵੀ ਕਰੀ ਗਈ ਹੈ ਤੇ ਬਹੁਤ ਜ਼ਿਆਦਾ ਇੰਪਾਵਰਡ ਵੀ ਹੈ। ਇਫ ਯੂ ਟਾਕ ਅਬਾਊਟ ਟੂਡੇ ਸਮ ਆਫ ਦ ਮੋਸਟ ਰੌਕਿੰਗ top line startups ਜਿਨ੍ਹਾਂ ਦੀ ਵੈਲਿਊਏਸ਼ਨ 10,000 ਕਰੋੜ ਹੈ, ਯੂ ਟਾਕ ਅਬਾਊਟ ਸ਼ੂਗਰ ਕਾਸਮੈਟਿਕ, ਯੂ ਟਾਕ ਅਬਾਊਟ ਮਮਾ ਅਰਥ, ਮਤਲਬ ਫੀਮੇਲ ਹੈਜ਼ ਬੀਨ ਇੰਸਟਰੂਮੈਂਟਲ। ਇੱਧਰ ਆਈ ਪਰਸਨਲੀ ਬਿਲੀਵ that female has, ਮਤਲਬ people have a different look out here when I meet. few people see ਕਿ ਜਿਹੜਾ ਫੀਮੇਲ ਦਾ ਨਾਲ ਮਤਲਬ it's a kind of a very equality relation. ਇਹ ਨਹੀਂ ਹੈ ਕਿ ਮੰਨ ਲਓ ਸਿਰਫ ਫੀਮੇਲ ਹੀ ਲੱਗੀ ਹੋਈ ਹੈ। it's an kind of an equality is there. few people again have a perspective ਕਿ ਨਹੀਂ ਯਾਰ ਅਸੀਂ ਘਰ ਦੇ ਕੰਮ ਹੀ ਕਰ ਰਹੇ ਹਾਂ, ਦੂਜੇ ਕੰਮ ਨਹੀਂ ਕਰ ਰਹੇ। so there's a very mixed thought process here in Canada. but overall if you ask from a little of a spiritual understanding, ਕਿਉਂਕਿ I come from a very deep rooted spiritual family, ਤੇ ਮੈਂ ਇਹਨਾਂ ਨੂੰ ਸਾਰੀ ਚੀਜ਼ਾਂ ਨੂੰ ਬੜਾ spiritually connect ਕਰਦਾ।
देखो there are few things which by nature has been graced in a very beautiful way. ਜੀ ਜੀ Feminine, ਅਗਰ ਤੁਸੀਂ feminine ਦੀ ਗੱਲ ਕਰੋਗੇ, feminine as an energy is a token of love, care, and she comes with humbleness. ਯਾ ਔਰ ਉਹਨੂੰ ਕੋਈ ਨਹੀਂ ਬੀਟ ਕਰ ਸਕਦਾ. On the other hand, the masculine is the token of power and strength. ਹੁਣ ਨਾ ਇਹਨੂੰ ਬੜਾ ਸਮਝਣ ਦੀ ਗੱਲ ਹੈ. Lot of people ਉਹ ਕਹਿੰਦੇ ਨੇ ਨਾ ਕਿ ਤੁਸੀਂ ਜਿਵੇਂ ਕਈ ਗੱਲ ਇਮੀਡੀਏਟਲੀ ਉਠਾ ਕੇ ਬੰਦੂਕ ਚੱਕ ਲਈ. ਹਾਂ ਨਾ ਜੀ ਨਾ, ਸਵਾਲ ਹੀ ਕਿਵੇਂ ਪੈਦਾ ਹੋ ਗਿਆ ਯਾਰ. ਮਤਲਬ ਯੂ ਆਰ ਸੇਇੰਗ ਕਿ ਵੀ ਆਰ ਨਾਟ ਸਟਰੋਂਗ, ਵੀ ਆਰ ਨਾਟ. ਸੋ ਵੀ ਆਰ ਨਾਟ ਸੇਇੰਗ somebody who has the biggest sacrifice, ਉਸ ਤੋਂ ਵੱਡਾ ਕੋਈ ਸਟਰੋਂਗੈਸਟ ਬੰਦਾ ਹੋ ਸਕਦਾ ਹੈ? ਦੱਸੋ. ਨੋ ਕੋਈ ਨਹੀਂ ਹੋ ਸਕਦਾ. ਯਾ ਈਵਨ ਤੁਸੀਂ ਸ਼ਾਸਤਰ ਨੂੰ ਵੀ ਦੇਖੋਗੇ, ਦਿਸ ਇਜ਼ ਹਾਊ ਬਿਊਟੀਫੁਲੀ ਦੀ ਸਕ੍ਰਿਪਚਰ ਐਂਡ ਸ਼ਾਸਤਰ ਨੇ ਕੀ ਕਰਿਆ ਕਿ ਕੋਈ ਵੀ ਕੰਮ, ਐਨੀ ਰਿਚੁਅਲ ਯੂ ਡੂ, ਯੂ ਕੈਨ ਨਾਟ ਡੂ ਵਿਦਾਊਟ ਅ ਫੀਮੇਲ, ਯਾ a partner. She has been given equal position. It's just that ਕਿ society ਦਾ ਜਿਹੜਾ ਕੁਝ setup ਹੈ, ਉਹਨੇ ਇਸ ਚੀਜ਼ ਨੂੰ ਬੜਾ ਅਲੱਗ ਤਰੀਕੇ ਨਾਲ ਕਰਕੇ ਔਰ ਕਿਤੇ ਮਤਲਬ ਕੰਡੀਸ਼ਨਸ ਇਸ ਤਰੀਕੇ ਦੀ ਬਣ ਗਈ ਕਿ things have been very worst, I would say. But at the same point of time, there is the positive side of the coin also. true. अच्छा, पर again coming back to the simple definition, biologically a man and women is different, but ਜਿਹੜਾ society wise ਅਸੀਂ ਇਹ difference create ਕੀਤਾ, what do you think from where it started? देखिए जी, society wise if you will see, the roots go back in, if you will take it, ਅਗਰ ਤੁਸੀਂ ਸ਼ੁਰੂ ਤੋਂ ਚਲੋ ਇਸ ਚੀਜ਼ ਨੂੰ ਦੇਖਦੇ ਹੋ, ਚਲੋ ਲੈਟਸ ਗੋ ਬੈਕ ਇਨ ਟਾਈਮ 5000 ਸਾਲ ਪਹਿਲੇ. ਵਨ ਆਫ ਦ ਮੋਸਟ ਥਾਟਫੁਲ, ਮੋਸਟ ਸਾਈਕੋਲੋਜੀਕਲ ਐਂਡ ਜੋ ਪੂਰੀ ਲਾਈਫ ਦੀ ਹਰ ਤੁਹਾਡੀ ਪ੍ਰੋਫੈਸ਼ਨਲ, ਪਰਸਨਲ ਹਰ ਲਾਈਫ ਨੂੰ ਡਿਫਾਈਨ ਕਰਦੀ ਹੈ, ਲੈਟਸ ਪਿਕ ਅਪ ਭਗਵਦ ਗੀਤਾ. ਤੇ ਤੁਸੀਂ ਉੱਥੇ ਵੀ ਅਗਰ ਦੇਖੋਗੇ ਤੇ ਫੀਮੇਲ ਪ੍ਰਤਾੜਿਤ ਹੋ ਰਹੀ ਹੈ ਇੱਕ ਪੁਆਇੰਟ ਤੇ, ਐਂਡ ਉੱਥੇ ਤੁਸੀਂ ਦੇਖੋਗੇ ਤੇ ਫੀਮੇਲ empowered ਇੰਨੀ ਹੈ ਕਿ ਉਸੀ ਫੀਮੇਲ ਦੇ ਕਰਕੇ ਪੂਰੀ ਦੀ ਪੂਰੀ ਮਹਾਭਾਰਤ ਹੋਈ. Yeah, both the sides are exist there also. yeah, Similarly, when you bring it there, the same thing travels in the whole history in that particular platform. So when you say कि society में females के साथ, और when you say कि ये कहाँ से शुरू हुआ, I personally feel when I see कि in whole time both the sides have equally existed. true. ਇਟ ਇਜ਼ ਜਸਟ ਦੈਟ ਅਸੀਂ ਕਿਸ ਚੀਜ਼ ਨੂੰ ਕਦ ਮੈਗਨੀਫਾਈ ਕਰਕੇ ਕਿੰਨਾ ਦੇਖਦੇ ਹਾਂ ਔਰ ਕਿਸ ਚੀਜ਼ ਨੂੰ ਨਹੀਂ ਦੇਖਦੇ ਹਾਂ. ਦੈਟਸ ਹਾਊ ਇਟ ਇਜ਼. ਸੈਕੰਡ ਇੰਪੋਰਟੈਂਟ ਥਿੰਗ ਇਜ਼ ਐਕਸਪਲੋਇਟੇਸ਼ਨ ਆਫ ਫੀਮੇਲ, ਇਫ ਯੂ ਟਾਕ ਅਬਾਊਟ ਇਨ ਐਨੀ ਸੈਂਸ, ਕਿਸੇ ਵੀ ਸੈਂਸ ਵਿੱਚ. ਅੱਜ ਕੱਲ੍ਹ ਬੜੇ ਸਾਰੇ ਤੁਸੀਂ ਸੁਣਦੇ ਹੋ ਇੰਡੀਆ 'ਚ ਕੇਸ ਆਉਂਦੇ ਨੇ, ਰੇਪ ਦੇ ਕੇਸ ਆਉਂਦੇ ਨੇ, ਦੇਰ ਆਰ ਡਿਫਰੈਂਟ ਕੇਸਿਸ. ਇਟ ਇਜ਼ ਆਲਵੇਜ਼ ਦ ਸੋਸਾਇਟੀ ਆਲਵੇਜ਼ ਵਰਕਸ ਔਨ ਦ ਕਾਜ਼ ਐਂਡ ਇਫੈਕਟ. True. There is always cause and there is always an effect. Effect, yeah. Okay. Yeah. So ਇਸ ਚੀਜ਼ ਨੂੰ ਕਰਕੇ if we start trying to find ਕਿ ਯਾਰ ਇਹਦੀ ਰੂਟਸ ਕੀ ਹੈ, ਮਤਲਬ ਕਿਉਂ ਪ੍ਰੋਬਲਮ ਕਰਕੇ ਹੋ ਰਹੀ ਹੈ, or if we start blaming that it's all because of the men, that's not the right ideology. The right way to look out this agenda is that in a society ਕਿਹੜੀ ਉਹ ਚੀਜ਼ ਹੈ ਜਿਹੜੀ ਬੰਦੇ ਨੂੰ ਇਸ ਪੁਆਇੰਟ ਤੱਕ ਲੈ ਕੇ ਜਾ ਰਹੀ ਹੈ. ਸੋ ਦੈਟ ਵਨ ਪੁਆਇੰਟ, ਤੁਸੀਂ ਅੱਜ ਛੋੜੋ ਇੰਡੀਆ ਨੂੰ, ਤੁਸੀਂ ਅਮਰੀਕਾ ਦੀ ਗੱਲ ਕਰ ਲਓ. ਆਈ ਸੀ ਲੋਟ ਆਫ ਕੇਸਿਸ ਦੇ ਆਰ ਡੂਇੰਗ ਨੈਸਟੀ ਥਿੰਗਸ. ਅਸੀਂ ਕੇਸ ਪੜ੍ਹਦੇ ਹਾਂ, ਉਹ ਬੰਦਾ ਗਿਆ, ਹੀ ਵਾਜ਼ ਮੇਜਰ ਪੇਰੈਂਟਸ, ਦੇ ਆਰ ਸਿੰਗਲ ਪੇਰੈਂਟ, ਡਾਈਵੋਰਸ ਹੋਇਆ ਹੈ. They are, yeah. when the person is not able to ਉਸ ਨਾਲ ਨਿਭਾ ਨਹੀਂ ਪਾ ਰਹੇ, then how you can say the things are balanced? Say, so the time needs one thing which will fix every problem. The problem of this equality you are talking about, the problem which lot of West countries suffering with of depression, the major thing is ਲੋਕਾਂ ਦਾ IQ ਤੇ ਬਹੁਤ ਵੱਧ ਗਿਆ ਹੈ. But the problem is people don't have EQ, or they are not being taught कि EQ emotional quotient किस तरीके मैनेज करा जाए, और SQ ਦੇ ਬਾਰੇ ਕਿਸੇ ਨੂੰ ਪਤਾ ਨਹੀਂ ਹੈ. SQ is spiritual quotient. EQ is all about, ਤੁਸੀਂ ਅੱਜ ਤੱਕ ਦੇਖ ਲਓ ਕਿੰਨੇ ਸਾਰੇ ਕੇਸਿਸ ਆਉਂਦੇ ਨੇ, somebody who is very good in something and they crash down and they do a suicide. Yeah. ਤੁਸੀਂ ਮੈਨੂੰ, ਅਗਰ ਕੋਈ ਬੰਦਾ ਇੰਨਾ ਸਕਸੈਸਫੁਲ ਹੈ, they are doing all things, Yeah. they are doing so well,
then why somebody thought of doing a suicide? ਪਰ ਪਤਾ ਹੈ ਇਮੋਸ਼ਨਲ ਇੱਕ ਜਿਹੜਾ ਤੁਹਾਡੇ ਅੰਦਰ ਕੁਐਸਚਨ ਹੈ, ਇੱਕ ਜਿਹੜਾ ਤੁਹਾਡਾ ਐਸਪੈਕਟ ਹੈ, ਮੈਨੂੰ ਲੱਗਦਾ ਹੈ ਕਿ ਮੇਬੀ ਬਿਕਾਜ਼ ਆਫ ਸੋਸ਼ਲ ਮੀਡੀਆ ਅਸੀਂ ਉਹਨੂੰ ਉੱਥੇ ਤੱਕ ਰਿਸਟ੍ਰਿਕਟ ਕੀਤਾ ਕਿ ਵੀ ਜਿਹੜਾ ਇਨਸਾਨ ਰੋਂਦਾ ਹੈ ਜਾਂ ਜਿਹਦੇ ਆਂਸੂ ਬਾਹਰ ਆਉਂਦੇ ਹੈ ਸੋ ਉਹ ਇਮੋਸ਼ਨਲ ਹੈ ਨਾ। ਅਸੀਂ ਇਨਡੈਪਥ ਇਮੋਸ਼ਨਸ ਨੂੰ ਮੈਨੂੰ ਲੱਗਦਾ ਹੈ ਨਹੀਂ ਸਮਝਦੇ That's a correct. ਕਿ ਇਮੋਸ਼ਨ ਕੀ ਹੈ। ਜੇ ਕੋਈ ਖੁਸ਼ ਹੈ ਦੈਟਸ ਅ ਇਮੋਸ਼ਨ, Right. ਇਫ ਇਟ ਸਮਬਡੀ ਇਜ਼ ਸੈਡ ਦੈਟਸ ਅ ਇਮੋਸ਼ਨ, ਇਫ ਸਮਬਡੀ ਇਜ਼ ਐਂਗਰੀ everything is emotion. ਉਹ ਵੀ ਇਮੋਸ਼ਨ ਹੈ। ਬਿਲਕੁਲ ਬਟ emotion. ਵਾਈ ਵੀ ਓਨਲੀ ਰਿਲੇਟ ਦੀ ਇਮੋਸ਼ਨ ਵਿਦ ਕ੍ਰਾਈਂਗ? ਨਹੀਂ ਐਸਾ ਨਹੀਂ ਹੈ, ਕਿਉਂਕਿ ਕ੍ਰਾਈਂਗ ਇਜ਼ ਵਨ ਆਫ ਦੀ ਫਾਰਮ ਜਿੱਥੇ ਇਮੋਸ਼ਨ ਬੜੀ ਸਟਰੋਂਗਲੀ ਮੈਨੀਫੈਸਟ ਹੁੰਦੀ ਹੈ, ਤਾਂ ਕਰਕੇ ਸਾਨੂੰ ਕ੍ਰਾਈਂਗ ਇੱਕ ਇਮੋਸ਼ਨ ਲੱਗਦੀ ਹੈ। ਜਿਵੇਂ ਐਗਜ਼ਾਮਪਲ ਦੇ ਤੌਰ ਤੇ ਫॉर ਐਗਜ਼ਾਮਪਲ ਕੋਈ ਵੀ ਚੀਜ਼, ਜੈਸੇ ਮੰਨ ਲਓ ਅੱਜ ਦੀ ਡੇਟ ਵਿੱਚ ਮੈਂ ਜਿਵੇਂ ਹੀ ਤੁਹਾਨੂੰ ਬੋਲਦਾ ਵੀਡੀਓ, ਸੋਸ਼ਲ ਮੀਡੀਆ ਵੀਡੀਓ, 2 ਵਰਡ ਬੋਲਦਾ, ਕੀ ਤੁਹਾਡੇ ਮਾਈਂਡ ਵਿੱਚ ਸਭ ਤੋਂ ਪਹਿਲੇ ਆਉਂਦਾ ਹੈ? ਕਿਹੜਾ ਪਲੇਟਫਾਰਮ ਆਉਂਦਾ ਸਭ ਤੋਂ ਪਹਿਲੇ? ਆਪਣਾ ਹੀ ਆਉਂਦਾ ਮੇਰਾ ਤਾਂ। ਨਹੀਂ, ਨਾਟ ਐਜ਼ ਅ ਪਲੇਟਫਾਰਮ ਕਿਹੜਾ ਆਉਂਦਾ ਹੈ? ਇੰਸਟਾਗ੍ਰਾਮ, ਰਾਈਟ? ਕਿਸੇ ਨੂੰ ਪੁੱਛਾਂਗਾ ਜਾਂ ਉਹ ਕਹੇਗਾ ਇੰਸਟਾਗ੍ਰਾਮ ਜਾਂ ਉਹ ਕਹੇਗਾ YouTube, ਲੈਟਸ ਸੇ ਫॉर ਐਗਜ਼ਾਮਪਲ, ਠੀਕ ਹੈ? ਸੋ ਦਾ ਆਈਡੀਆ ਇਜ਼ ਜਿਹੜਾ ਪਲੇਟਫਾਰਮ ਸਭ ਤੋਂ ਜ਼ਿਆਦਾ ਮੈਨੀਫੈਸਟ ਕਰ ਰਿਹਾ ਹੈ ਉਹ ਕहीं ਨਾ ਕहीं ਉਸ ਚੀਜ਼ ਨੂੰ ਆਈਡੈਂਟੀਫਾਈ ਕਰਨਾ ਸ਼ੁਰੂ ਕਰ ਦਿੰਦਾ ਹੈ। True. Right? Similarly, crying is a more loud form of manifesting your emotions. That is why generally ਅਸੀਂ ਦੇਖ ਦਿੰਦੇ ਹਾਂ ਕਿ ਅੱਛਾ cry ਕਰ ਰਿਹਾ ਹੈ ਤਾਂ emotions ਹੈ। Somebody who is just sitting and having a sweet smile, Yeah. the way you are smiling, the way we are talking, it's a kind of an emotion only. Yes. But since it is not a very loud way to express, some people might not feel it as an expression, what you rightly said. But it's just that otherwise every single form of what you experience as a state of pleasantness, it could be state of pleasantness, it could be state of being nasty, it could be state of ki yaar ਸਮਝ ਨਹੀਂ ਆ ਰਿਹਾ, it could be any kind of a state. Everything comes in the form of an emotion only. True. ਹੁਣ ਇਸ ਇਮੋਸ਼ਨ ਨੂੰ ਮੈਨੇਜ ਨਾ ਕਰਨਾ ਜਾਂ ਨਹੀਂ, not having that capability or understanding how to deal with it is the problem of all crisis. It is. Yeah. ਇੱਕ ਛੋਟੀ ਮੈਂ ਜਨਰਲੀ ਇਹ ਚੀਜ਼ ਆਪਣੇ ਸੈਸ਼ਨ ਵਿੱਚ ਕਹਿੰਦਾ ਬੜੇ ਸਾਰੇ ਯੰਗਸਟਰਸ ਨੂੰ while I'm doing lot of youth empowerment. I ask them, ਚਲੋ ਮੈਂ ਤੁਹਾਡੇ ਕੋਲ ਬੈਠੇ, let me ask that. Yeah. How do you see, according to you, what is rape? ਸੈਕਸ਼ੁਅਲੀ ਕਿਸੇ ਤੇ ਆਪਣੇ ਆਪ ਨੂੰ ਇੰਪਲੀਮੈਂਟ ਕਰਨਾ ਜ਼ਬਰਦਸਤੀ। So truly you are raping somebody is all about, ਅਗਰ ਤੁਹਾਡੇ ਮਨ 'ਚ ਇਹ ਥਾਟ ਵੀ ਆ ਗਿਆ ਨਾ, ਉਹ ਯਾਰ ਉਹ ਕੁੜੀ ਜਾ ਰਹੀ ਹੈ, I have to do something, that means you are equally a rapist. So the only difference between an actual rapist who has been accused and you is his thought has been manifested to action. किसी भी एक्शन ਦੀ ਸ਼ੁਰੂਆਤ ਕਿਦੋਂ ਹੁੰਦੀ ਹੈ? ਥਾਟਸ ਤੋਂ। Yes, the thoughtitron becomes an action. ਤੁਸੀਂ ਇਹ ਪੋਡਕਾਸਟ ਜਦ ਸ਼ੁਰੂ ਕਰਿਆ ਹੋਗਾ, ਤੁਹਾਡੇ ਮਨ 'ਚ ਥਾਟ ਆਇਆ ਹੋਗਾ ਨਾ, ਯਾਰ ਮੈਂ ਮੀਡੀਆ ਲਾਈਨ ਤੋਂ ਹਾਂ, ਚਲੋ ਯਾਰ ਲੈਟਸ ਡੂ ਸਮਥਿੰਗ, ਲੈਟਸ ਸਟਾਰਟ ਕਮਿੰਗ, ਲੈਟਸ ਡੂ ਸਮ ਇੰਟੈਂਸ ਟਾਕ, ਲੈਟਸ ਹੈਲਪ ਪੀਪਲ। ਉਹ ਥਾਟ ਨੇ ਜਰਮੀਨੇਟ ਹੋ ਕੇ ਐਕਸ਼ਨ ਵਿੱਚ ਕਨਵਰਟ ਹੋਇਆ। True. So becoming a rapist is not about doing an act, it's about having that thought. ਉਹ ਕਿਉਂ ਕਹਿੰਦੇ ਨੇ ਜਦ ਕੀਰਤਨ ਹੁੰਦਾ ਹੈ ਕੋਈ ਵੀ ਗੁਰਦੁਆਰੇ 'ਚ, ਉਹ ਕਹਿੰਦੇ ਨੇ ਨਾ ਕੀਰਤਨ ਹੋ ਰਿਹਾ ਹੈ ਤਾਂ ਗੁਰੂ ਸਾਹਿਬ ਆ ਰਹੇ ਨੇ। ਹਾਂ। जब संगत मिल गई, दास मिल गया, कीर्तन हो रहा है, तो what is that? It's about the bhav. It's about that intention. It's about that mindset. तो उसनु अगर मैनेज करना आ जाए, that's all about emotional quotient, how to deal with it. ਪਰ ਫॉर ਐਗਜ਼ਾਮਪਲ ਇੱਕ ਬੱਚਾ ਹੀ ਘਰ ਦੇ ਵਿੱਚ ਇੱਕ ਬੇਟੀ ਹੁੰਦੀ ਹੈ, ਇੱਕ ਬੇਟਾ ਹੁੰਦਾ ਹੈ। ਸੋ ਜਿਹਨੂੰ ਅਸੀਂ ਆਈਡੀਓਲੋਜੀਕਲੀ ਸਾਡੇ ਜ਼ਮਾਨੇ ਦੇ ਵਿੱਚ ਕਹਿੰਦੇ ਹਾਂ ਜੀ ਕੰਪਲੀਟ ਫੈਮਿਲੀ। ਹਾਂਜੀ। ਹਾਲਾਂਕਿ ਦ ਫੈਮਿਲੀ ਹੂਜ਼ ਹੈਵਿੰਗ 2 ਸਨ ਔਰ 2 ਡਾਟਰ, ਦੇ ਆਰ ਆਲਸੋ ਕੰਪਲੀਟ, ਬਟ ਇੱਕ ਸਾਡੀ ਆਈਡੀਓਲੋਜੀ ਬਣੀ ਹੋਈ ਹੈ ਕਿ ਇੱਕ ਕੁੜੀ ਹੋਵੇ ਇੱਕ ਮੁੰਡਾ ਹੋਵੇ, ਦੈਟਸ ਅ ਕੰਪਲੀਟ ਫੈਮਿਲੀ, ਹੈ ਨਾ। ਸੋ ਉਹਨਾਂ ਦੀ ਅਪਰਿੰਗਿੰਗ ਦੇ ਵਿੱਚ ਇਹ ਕਿਸ ਤਰ੍ਹਾਂ ਪੁੱਟ ਇਨ ਕਰਨਾ ਇਨ ਦੇਅਰ ਥਾਟਸ, ਕਿਉਂਕਿ ਸਭ ਕੁਝ ਡਿਪੈਂਡ ਤੇ ਤੁਹਾਡੀ ਅਪਰਿੰਗਿੰਗ ਤੇ ਵੀ ਕਰਦਾ, ਤੁਹਾਡੇ ਮਾਹੌਲ ਤੇ ਕਰਦਾ, ਤੁਹਾਡੀ ਮੈਕੈਨਿਜ਼ਮ ਵਰਕ ਕਿੱਦਾਂ ਕਰਨੀ ਹੈ। ਛੋਟਾ ਜਿਹਾ ਐਗਜ਼ਾਮਪਲ ਜ਼ਰੂਰ ਦੇਵਾਂਗੀ ਕਿ everybody says that the women is not safe, but nobody questions the women is not safe from the men. ਸੋ ਆਪਾਂ ਕਹਿੰਦੇ ਆ ਕੁੜੀ ਨੂੰ ਰਾਤ ਦੇ 12 ਵਜੇ ਤੋਂ ਬਾਅਦ ਬਾਹਰ ਨਹੀਂ ਨਿਕਲਣਾ ਚਾਹੀਦਾ, ਸੇਫ ਨਹੀਂ ਹੈ। ਪਰ ਉਹ ਸੇਫ ਕਿਸ ਤੋਂ ਨਹੀਂ ਹੈ? ਮੇਲ ਤੋਂ ਸੇਫ ਨਹੀਂ ਹੈ। ਆਪਾਂ ਵਿਮਨ ਦੇ ਮਾਈਂਡਸੈਟ ਤੇ ਕੰਮ ਕਰਦੇ ਹਾਂ ਕਿ ਤੁਸੀਂ ਕਿੱਦਾਂ ਸੇਫ ਰਹਿਣਾ ਹੈ। ਅਸੀਂ ਮੇਲ ਦੇ ਥਾਟ ਪ੍ਰੋਸੈਸ ਤੇ ਕੰਮ ਕਿਉਂ ਨਹੀਂ ਕਰਦੇ ਕਿ ਤੁਸੀਂ ਕਿੱਦਾਂ ਇੱਕ ਔਰਤ ਨੂੰ ਸੇਫ ਰੱਖਣਾ ਹੈ। ਮੈਂ ਤੁਹਾਨੂੰ ਨਾ ਬੜਾ ਇੰਪੋਰਟੈਂਟ ਸਾਇੰਟੀਫਿਕ ਸਿਗਨੀਫੀਕੈਂਸ ਦੱਸਦਾ ਜਿਹੜੇ ਤੁਹਾਡੇ ਸਵਾਲ ਦਾ ਜਵਾਬ ਵੀ ਦੇਗਾ।
when we say this particular thing कि can ਨੂੰ ਤਾਂ everything is perfect, but ਉਹ ਜਿਹੜੀ concept ਹੈਗਾ ਨਾ ਕਿ when there is a son and there is a daughter, it's a complete family, ਉਹਨੂੰ ਕਿਉਂ ਕਿਹਾ ਜਾਂਦਾ ਹੈ? ਦੇਖੋ ਕਿਸੇ ਵੀ ਚੀਜ਼ ਦੀ this society setup, how this society setup has come, simple, everything starts through the ਸੰਸਕਾਰ. ਜਿਹੜਾ ਬੱਚੇ ਤੁਸੀਂ ਸੰਸਕਾਰ ਡਾਲਦੇ ਹੋ ਉਹ ਸੰਸਕਾਰ ਹੀ ਅੱਗੇ ਮੈਨੀਫੈਸਟ ਹੁੰਦਾ ਇਨ ਡਿਫਰੈਂਟ ਫਾਰਮਸ. ਜਿਹੜਾ ਤੁਸੀਂ ਰੂਟ ਵਿੱਚ ਪਾਤਾ ਨਾ, that will going to germinate in every possible way. Yes. Idea is, it is very scientific understanding, not just कि society ਕਹਿ ਰਹੀ ਹੈ ਤਾਂ ਮੰਨ ਲਓ. ਇੱਕ ਫੈਮਿਲੀ ਜਦ ਇੱਕ ਡਾਟਰ ਇੱਕ ਸਨ ਹੁੰਦੀ ਹੈ ਨਾ, so they start knowing how to respect a male and a female each other. ਤੇ ਉਹ ਬੈਲੈਂਸ, ਵਾਈ ਇਟ ਇਜ਼ ਆਲਵੇਜ਼ ਕਾਲਡ ਐਜ਼ ਅ ਪਰਫੈਕਟ ਫੈਮਿਲੀ ਇਨ ਅ ਵੇ ਇਜ਼, ਤੁਸੀਂ ਬੜੀ ਵਾਰੀ ਐਗਜ਼ਾਮਪਲ ਦਿੰਦਾ, ਬੜੇ ਸਾਰੇ ਤੁਸੀਂ ਦੇਖ ਲਓ ਕਿ ਜਿਹੜੇ ਸਕੂਲਸ ਹੁੰਦੇ ਨੇ ਜਿੱਥੇ ਓਨਲੀ ਬॉयਜ਼ ਸਕੂਲਸ ਨੇ ਜਾਂ ਓਨਲੀ ਗਰਲ ਸਕੂਲਸ ਹੈ, ਯੂ ਵਿਲ ਆਲਵੇਜ਼ ਫਾਈਂਡ ਉਹਨਾਂ ਨੂੰ ਬੜਾ ਜਰਕ ਆਉਂਦਾ ਦ ਮੋਮੈਂਟ ਦੇ ਸਟੈਪ ਇਨਟੂ ਕਾਲਜ. ਕਿਉਂਕਿ 12 ਸਾਲ ਇੱਕ ਬੰਦਾ ਫੈਮਿਨਿਨ એનર્ਜੀ ਸਿਰਫ ਫੈਮਿਨਿਨ ਵਿੱਚ ਰਹੀ ਹੈ, ਉਹਨੇ ਮਸਕੂਲਿਨ એનર્ਜੀ ਨੂੰ ਐਕਸਪੀਰੀਅੰਸ ਹੀ ਨਹੀਂ ਕਰਿਆ, ਤੇ ਹਿੱਟ ਤਾਂ ਹੋਏਗਾ ਨਹੀਂ ਹੋਏਗਾ. ਐਂਡ so goes vice versa. So if you don't balance out it, if you make a taboo out of it, ਤੁਸੀਂ ਜਦ ਕਿਸੇ ਵੀ ਚੀਜ਼ ਦਾ ਟੈਬੂ ਬਣਾ ਦੋਗੇ ਨਾ, ਉਹ ਚੀਜ਼ ਉਨੀ ਜ਼ਿਆਦਾ ਇਸ਼ੂ ਕ੍ਰੀਏਟ ਕਰੇਗੀ ਜਾਂ ਪੋਸੀਬਲ ਪ੍ਰੋਬਲਮ ਨੂੰ ਜਰਮੀਨੇਟ ਕਰੇਗੀ ਜਾਂ ਉਹਨੂੰ ਜਨਮ ਦੇ ਦੇਗੀ. ਸੋ ਉਹ ਜਿਹੜੀ ਚੀਜ਼ ਤੁਸੀਂ ਕਹੀ, that's very scientific in a way if that happens. ਬਟ ਅੱਜ ਕੱਲ੍ਹ ਪ੍ਰੋਬਲਮ ਕੀ ਹੈਗੀ? ਅੱਜ ਕੱਲ੍ਹ ਇੱਕ ਹੋਰ ਬੜੀ ਵੱਡੀ ਪ੍ਰੋਬਲਮ ਹੈ, ਬਿਕੋਜ਼ ਉਹ ਸਾਡੀ ਦਿੱਕਤ ਕੀ ਹੈ, ਦਿਸ ਸਮਥਿੰਗ ਵੀ ਗੋਟ ਅ ਬਿਊਟੀਫੁਲ ਰੂਟਸ ਫਰੋਮ ਭਾਰਤ, ਬਟ ਉਹ ਵੈਸਟ ਕਰਦੇ ਕਰਦੇ ਆਦੀ ਅਸੀਂ ਇੱਕ ਲੱਤ ਉੱਥੇ ਫਸਾਈ ਹੋਈ ਹੈ, ਇੱਕ ਲੱਤ ਇੱਥੇ ਫਸਾਈ ਹੋਈ ਹੈ. ਸੋ ਆਈਡੀਆ ਇਜ਼, there's a concept called as, young parents ਕਹਿੰਦੇ ਨੇ ਕਿ ਚਲੋ ਯਾਰ ਆਈ ਐਮ ਪਲੈਨਿੰਗ ਮਾਈ ਬੇਬੀ, ਲੈਟਸ ਪਲਾਨ ਇਟ. ਤੇ ਇਹ ਜਿਹੜੀ ਜੇ ਪਲੈਨਿੰਗ ਵਾਲਾ ਮਾਈਂਡਸੈਟ ਬਣ ਗਿਆ ਨਾ, that's the biggest problem. It is, yeah. How you can plan something which is not in your hands? You cannot give life to somebody, you are just a vehicle. Father and a mother and a father, they are just a vehicle. Yeah. You are not the one who is the creator. The problem is self-obsession, and that too which has happened in this technology era. That has created a chaos with everything. एक आदमी, for example, एक कुड़ी ते for example for any reason he got, ਉਹਦੀ ego hurt ਹੋ ਗਈ ਔਰ ਉਹਨੇ ਐਸਿਡ ਸੁੱਟਤਾ. ਈਗੋ ਕਿਸੇ ਕਰਕੇ ਵੀ ਹਿੱਟ ਹੋ ਗਈ. ਕੇਸਿਸ ਸੁਣਦੇ ਹੋ ਨਾ ਇਸ ਤਰੀਕੇ ਦੇ ਵੀ. ਵਾਟਸ ਦੈਟ? ਇਟਸ ਅ ਪਾਰਟ ਆਫ ਮਾਈ ਸੈਲਫ obsession. And I do not understand the EQ. I do not understand the emotional level. That is why I go to that level. ਅਗਰ ਮੈਂ ਥੋੜੀ ਜਿਹੀ ਇਮੋਸ਼ਨ ਨੂੰ ਸਮਝਦਾ ਹੁੰਦਾ ਔਰ ਮੇਰੀ ਉਹ ਸੈਲਫ obsession ਨਾ ਹੋ, ਤੇ ਮੈਂ 10 ਵਾਰ ਕਰਨ ਤੋਂ ਪਹਿਲੇ ਕਿਉਂ ਨਹੀਂ ਸੋਚਾਂਗਾ? ਮੇਰੇ ਮਾਈਂਡ ਵਿੱਚ ਸ਼ਾਇਦ ਥਾਟ ਆਏਗਾ ਵੀ ਨਹੀਂ. So it's a collaborative effort, but ਇਹਦੀ ਜਿਹੜੀ root ਸ਼ੁਰੂ ਹੁੰਦੀ ਹੈ, that starts with the family, what you put it in a sanskar. That's very, very important. ਦੇਖੋ ਤੁਸੀਂ example, ਅਗਰ ਤੁਹਾਡੀ upbringing ਘਰ 'ਚ ਹੋਈ ਹੈ, you might have 10 different opinion issues with your parent, which is equally fine. Everybody has it. Completely fine. But ਤੁਹਾਡੀ ਜਿਹੜੀ family ਦਾ learning ਔਰ ਸੰਸਕਾਰ ਹੈ ਨਾ, ਉਹ ਤੁਹਾਡੇ ਹਮੇਸ਼ਾ ਰਹੇਗਾ ਤੁਹਾਡੇ ਅੰਦਰ. ਉਹ ਤੁਸੀਂ ਨਹੀਂ ਕੱਢ ਪਾਓਗੇ. But as a youth now we are going to shape the generation ਆਪਣੀ. Correct. ਇੱਕ ਪੁਆਇੰਟ ਹੋਰ ਐਡ ਕਰਾਂਗਾ. Similarly, ਕਿਉਂਕਿ ਤੁਸੀਂ ਗੱਲ ਬਾਰ-ਬਾਰ women ਦੀ ਬੜੀ strongly ਉਠਾਈ ਹੈ. Similarly, a family in which a child sees father beating a wife. A wife, yeah. तो ਕੀ ਸੰਸਕਾਰ ਲਏਗਾ? No. So you have imbibed that, na? या तो वो रिवोल्ट करेगा if he is very close to mother. या अगर मान लो मदर ਦੇ क्लोज नहीं है तो ਰਿਵੋਲਟ ਨਹੀਂ ਕਰੇਗਾ, ਉਹ ਸੇਮ ਚੀਜ਼ ਨੂੰ ਡਰਾ ਕਰ ਲੇਗਾ. ਅੱਛਾ ਜੀ, ਇਹ ਕੰਮ ਐਵੇਂ ਕਰਾਇਆ ਜਾਂਦਾ ਹੈ. ਜਦ ਹੁਣ ਉਹ ਵੱਡਾ ਹੋਏਗਾ ਤੇ ਉਹ ਕਹੇਗਾ ਜੀ ਜੋ ਕੁੜੀ ਕੰਮ ਨਹੀਂ ਮੰਨ ਰਹੀ, ਐਵੇਂ ਕੰਮ ਕਰਾਇਆ ਜਾਏਗਾ. ਇੱਦਾਂ ਕੰਮ ਹੁੰਦੇ ਆ. ਸੋ the very big responsibility, ਕਿਉਂਕਿ ਤੁਸੀਂ ਇਹ ਪੋਡਕਾਸਟ ਕਰ ਰਹੇ ਹੋ, ਆਈ ਐਮ ਸ਼ੋਰ ਤੁਹਾਡੇ ਬੜੇ ਸਾਰੇ ਵਿਊਅਰਸ ਜਿਹੜੇ ਹੋਣਗੇ, they might be they are family people. So the idea is, it's very important ਤੁਸੀਂ ਕੀ ਸੰਸਕਾਰ ਡਾਲਦੇ ਹੋ, that's very, very important.
ਪਰ ਅਗੇਨ ਗੱਲ ਉੱਥੇ ਆ ਗਈ ਨਾ ਕਿ ਠੀਕ ਹੈ, ਪਹਿਲਾਂ ਇੱਕ ਮਾਰ ਕੁੱਟ ਦੀ ਅਸੀਂ ਗੱਲ ਕਰਦੇ ਸੀਗੇ ਕਿ ਕੋਈ ਜੇ ਫਾਦਰ ਆਪਣੀ ਵਾਈਫ ਨੂੰ ਕੁੱਟਦਾ ਹੈ ਤਾਂ ਬੱਚਿਆਂ ਦੇ ਉੱਤੇ ਉਸ ਗੱਲ ਦਾ ਅਸਰ ਪੈ ਜਾਂਦਾ ਹੈ ਐਂਡ ਹੋ ਸਕਦਾ ਬੱਚੇ ਉਸ ਤਰ੍ਹਾਂ ਦੇ ਹੋਣ। ਪਰ ਅੱਜ ਕੱਲ੍ਹ ਜੇ ਅੱਜ ਦੀ ਜਨਰੇਸ਼ਨ ਨੂੰ ਦੇਖੋ ਤਾਂ ਆਈ ਵਿਲ ਸੇ ਵੈਰੀ ਓਪਨਲੀ ਕਿ ਦੇ ਆਰ ਮੋਰ ਇਨਟੂ ਡਰੱਗਸ, ਆਪਣੇ ਆਪ ਨੂੰ ਬਹੁਤ ਸਾਰੀਆਂ ਪੁੱਠੀਆਂ ਸਿੱਧਾਂ ਚੀਜ਼ਾਂ ਦੇ ਵਿੱਚ ਫਸਾਇਆ ਹੋਇਆ ਹੈ। ਤਾਂ ਫਿਰ ਆਉਣ ਵਾਲੀ ਜਨਰੇਸ਼ਨ ਪਹਿਲਾਂ ਤਾਂ ਜਿਹੜਾ ਇੱਕ ਇਹ ਪੈਦਾ ਕਰਨ ਦੀ ਪਾਵਰ ਹੈ ਉਹ ਘਟਦੀ ਹੈ, ਰਾਈਟ। ਫਿਰ ਤੁਹਾਡੀ ਜਿਹੜੀ ਪ੍ਰੋਡਕਸ਼ਨ ਹੈ ਜੇ ਉਹ ਇੱਕ ਬੱਚਾ ਹੈਲਦੀ ਪ੍ਰੋਡਿਊਸ ਨਹੀਂ ਕਰ ਪਾ ਰਹੀ ਤਾਂ ਉਹਨੂੰ ਸਿਖਾਉਣ ਦੇ ਵਿੱਚ ਤਾਂ ਉਹ ਕੀ ਥਾਟ ਪ੍ਰੋਸੈਸ ਉਹਨਾਂ ਦੇ ਅੰਦਰ ਜਾਏਗਾ। ਸੋ ਵੀ ਆਰ ਲੈਕਿੰਗ ਔਨ ਦੈਟ ਬਟ ਨੋਬਡੀ ਇਜ਼ ਟਾਕਿੰਗ ਅਬਾਊਟ ਦੈਟ। ਆਪਾਂ ਗੱਲ ਕਰਦੇ ਹਾਂ ਜੀ ਅਪਰਿੰਗਿੰਗ ਦੀ। ਜੇ ਆਪਣੀ ਖੁਦ ਦੀ ਜਨਰੇਸ਼ਨ ਦੇ ਅੰਦਰ ਅਸੀਂ ਰੀਸੈਂਟਲੀ ਹੁਣੇ ਲੈਕ ਕਰ ਰਹੇ ਹਾਂ, ਅਸੀਂ ਬੇਬੀ ਪ੍ਰੋਡਿਊਸ ਕਰਨ ਦੇ ਵਿੱਚ ਕਈ ਵਾਰੀ ਮੈਂ ਆਈ ਸੀ ਵਿਮਨਸ ਦੇ ਸੇ ਕਿ 2 ਸਾਲ ਹੋ ਗਏ 3 ਸਾਲ ਹੋ ਗਏ ਵੀ ਆਰ ਟਰਾਈਂਗ ਟੂ ਕਨਸੀਵ, ਉਹਨਾਂ ਨੂੰ ਇੰਨੀ ਪ੍ਰੋਬਲਮ ਆਉਂਦੀ ਹੈ ਐਂਡ ਇਟਸ ਵੈਰੀ ਓਪਨ ਨਾਓ ਕਿ it can be from a male side, it's not always on the women's side, but still so ਇੱਕ ਬੇਬੀ ਪ੍ਰੋਡਕਸ਼ਨ ਦੇ ਵਿੱਚ ਸਾਨੂੰ ਇੰਨਾ ਇਸ਼ੂ ਹੈ ਤੇ ਅਪਰਿੰਗਿੰਗ ਤਾਂ ਮੈਨੂੰ ਲੱਗਦਾ ਪਤਾ ਨਹੀਂ ਕਿਹੜੇ ਲਿਸਟ ਦੇ ਵਿੱਚ ਆਪਸ਼ਨ ਟਿਕ ਹੋਏਗੀ। ਸੋ ਸਰਟਨਲੀ ਦੈਟ ਇਜ਼ ਵੈਰੀ ਟਰੂ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਬਈ ਦੀ ਕਰੰਟ ਜਨਰੇਸ਼ਨ ਐਜ਼ ਅ ਪੇਰੈਂਟ ਇਫ ਯੂ ਟਾਕ ਅਬਾਊਟ, ਉਹਨਾਂ ਨੂੰ ਖੁਦ ਹੀ ਇਸ ਚੀਜ਼ ਦੇਰ ਆਰ ਲੋਟ ਆਫ ਇਸ਼ੂਜ਼ ਵਿਚ ਯੂ ਆਰ ਰਾਈਟਲੀ ਸੈਡ। ਦੇਖੋ ਤਾਂ ਹੀ ਬੜਾ ਜ਼ਰੂਰੀ ਹੈ ਕਿ ਅੱਜ ਦੀ ਸਿਚੁਏਸ਼ਨ ਨੂੰ ਧਿਆਨ ਰੱਖਦੇ ਹੋਏ what all best things you can do. One of the biggest factor, you are in the most technologically sophisticated era. Technology is a boon, but the problem is over users of this technology, और क्योंकि बड़े सारे लोगों वास्ते ਉਹਨਾਂ ਨੂੰ ਪਤਾ ਨਹੀਂ ਹੈ। ਸਥਿਤੀ ਇਹ ਹੋ ਗਈ ਹੈ ਕਿ 80% ਲੋਕਾਂ ਨੂੰ they are not running or using a technology ਉਹਨਾਂ ਨੂੰ ਚਲਾ ਰਹੀ ਹੈ। True. ਇਹ ਹੋ ਚੁੱਕਿਆ ਹੈ, ਸਥਿਤੀ ਆ ਗਈ ਹੈ। ਤੇ ਜਦ ਟੈਕਨੋਲੋਜੀ ਬੰਦੇ ਨੂੰ ਚਲਾਏਗੀ ਇਟਸ ਫॉर श्योर ਇਟ ਵਿਲ ਬਿਕਮ ਅ ਕਰਸ ਫॉर ਯੂ। ਉਹ ਬੂਨ ਨਹੀਂ ਰਹੇਗੀ, ਉਹ ਕਰਸ ਹੋ ਜਾਏਗੀ। ਔਰ ਉਸੀ ਕਰਸ ਦਾ ਰੀਜ਼ਨ ਹੈ ਦੇਰ ਆਰ ਸੋ ਮੈਨੀ ਇਸ਼ੂਜ਼। ਹੁਣ ਤੁਸੀਂ ਗੱਲ ਕਰੋ ਯੰਗਸਟਰਸ ਵਿੱਚ, they have lack of patience. Credit goes to social media. ਰੀਲ ਦੇਖ ਸ਼ਾਰਟ ਦੇਖ ਕਰਕੇ ਬੰਦੇ ਦੇ ਅੰਦਰ ਪੇਸ਼ੈਂਸ ਹੀ ਨਹੀਂ ਹੈ। ਪੁਆਇੰਟ ਨੰਬਰ 2, we are becoming too judgmental. ਅਸੀਂ ਇਹ ਪੋਸੀਬਿਲਿਟੀ ਨੂੰ ਦੇਖਣਾ ਹੀ ਨਹੀਂ ਚਾਹੁੰਦੇ। ਉਹ ਕਹਿੰਦੇ ਨੇ ਵੀ ਜਸਟ ਜੱਜ ਪੀਪਲ ਸੋ ਅਰਲੀ। ਜਿਹੜਾ ਬੰਦੇ ਨੇ ਜੱਜ ਕਰ ਲਿਆ, the very possibility something can happen, you have killed that possibility. ਉਹ ਅਸੀਂ ਜੱਜ ਕਿੱਧਰੋਂ ਕਰਦੇ ਹਾਂ? we make those people as role models, ਕਿਉਂਕਿ ਸੋਸ਼ਲ ਮੀਡੀਆ ਜਿੰਨਾ ਸਟਰੋਂਗ ਹੋਇਆ ਹੈ ਅਸੀਂ ਉਸ ਨੂੰ ਰੋਲ ਮਾਡਲ ਬਣਾ ਲੈਂਦੇ ਹਾਂ ਜਿਹਦੇ ਅੰਦਰ ਕੁਛ ਕੰਟੈਂਟ ਹੀ ਨਹੀਂ ਹੈ। ਬਿਕੋਜ਼ ਸਾਡਾ ਕ੍ਰਾਈਟੇਰੀਆ ਰੋਲ ਮਾਡਲ ਬਣਾਉਣ ਦਾ ਕੀ ਹੋ ਗਿਆ? ਨੰਬਰ ਆਫ ਵਿਊਜ਼, ਨੰਬਰ ਆਫ ਸਬਸਕ੍ਰਾਈਬ, ਨੰਬਰ ਆਫ ਲਾਈਕ। ਯੰਗਸਟਰ ਸੋਸ਼ਲ ਮੀਡੀਆ ਨੂੰ ਵੈਲੀਡੇਸ਼ਨ ਮੰਨ ਰਿਹਾ ਹੈ ਆਪਣੀ ਸੁਸਾਇਟੀ ਵਿੱਚ ਸਟੇਟਸ ਸਿੰਬਲ ਦਾ। ਉਹ ਕਹਿੰਦਾ ਜੀ ਮੇਰੀ ਫੋਟੋ 'ਤੇ ਅਗਰ 100 ਲਾਈਕ ਆਏ ਨੇ, 200 ਆਏ ਨੇ, ਤੇ ਮੇਰੀ ਇੱਕ ਸੋਸ਼ਲ ਵੈਲੀਡੇਸ਼ਨ ਹੈ, ਉਹ ਆਈ ਐਮ ਡੂਇੰਗ ਗੁੱਡ, ਪੀਪਲ ਆਰ ਰੀਅਲੀ ਅਪਰੀਸ਼ੀਏਟਿੰਗ ਮੀ। ਸੋ ਵੈਨ ਅਸੀਂ ਇਹ ਚੀਜ਼ ਨੂੰ ਇਸ ਲੈਵਲ ਤੱਕ ਜਦ ਪਰਸੀਵ ਕਰ ਰਹੇ ਹਾਂ, ਦਿਸ ਇਜ਼ ਹਾਊ ਵੀ ਆਰ ਪਰਸੀਵਿੰਗ ਇਟ, ਤੇ ਦਿਸ ਵੁੱਡ ਗੋਇੰਗ ਟੂ ਬੀ ਅ ਪ੍ਰੋਬਲਮ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਨੈਕਡੋਟ ਸ਼ੇਅਰ ਕਰਦਾ, ਯੂ ਵੁੱਡ ਬੀ ਸ਼ੌਕਡ ਟੂ ਨੋ ਦੈਟ। ਬੜੇ ਸਾਰੇ ਲੋਕਾਂ ਨੂੰ ਨਹੀਂ ਪਤਾ ਹੋਏਗਾ। ਸਕੂਲਸ ਦਾ ਇੱਕ ਕਲਚਰ ਹੁੰਦਾ ਹੈ, ਇੰਡੀਆ ਹੋਏ ਕਿਤੇ ਵੀ ਹੋਏ, ਅੱਜ ਵੀ there are in whole world there are 3 schools of J Krishnamurti. Okay. 2 ਇੰਡੀਆ 'ਚ ਹੈ, ਇੱਕ UK 'ਚ ਨੇ, 3 ਸਕੂਲ ਲੱਗੇ ਨੇ। they have an affiliation from Cambridge. Okay. ਉਹਦਾ ਕ੍ਰਾਈਟੇਰੀਆ ਬੜਾ ਟਫ ਹੈ ਅੱਜ ਦੇ ਹਿਸਾਬ ਨਾਲ ਐਡਮਿਸ਼ਨ ਲੈਣ ਦਾ, ਐਂਡ there's a huge queue of bureaucrats ਕਿ ਯਾਰ ਮੇਰੇ ਬੱਚੇ ਦਾ ਐਡਮਿਸ਼ਨ ਹੋ ਜਾਏ, ਨਹੀਂ ਹੁੰਦਾ। huge queue, ਬੜਾ ਟਫ ਕ੍ਰਾਈਟੇਰੀਆ। ਅੱਛਾ। ਹਾਂ, ਕ੍ਰਾਈਟੇਰੀਆ ਕੀ ਹੈ? ਦਿਸ ਇਜ਼ ਐਕਚੁਅਲੀ ਅ ਕ੍ਰਾਈਟੇਰੀਆ, ਐਂਡ ਦੇ ਇੰਟਰਵਿਊ 'ਚ ਉਹ ਪਿਕ ਕਰ ਲੈਂਦੇ ਨੇ, ਦੇਖ ਲੈਂਦੇ ਨੇ ਬੰਦੇ ਨੂੰ। ਇਫ ਯੂ ਰੀਅਲੀ ਵਾਂਟ ਟੂ ਅਪਲਾਈ ਐਂਡ ਗੈਟ ਇਨ ਟੂ ਇਟ, ਦੀ ਫਸਟ ਕ੍ਰਾਈਟੇਰੀਆ ਇਜ਼ ਪੇਰੈਂਟਸ ਪਿਛਲੇ ਫਰੋਮ ਦ ਡੇਟ ਆਫ ਐਪਲੀਕੇਸ਼ਨ 1 ਸਾਲ ਤੱਕ WhatsApp ਯੂਜ਼ ਨਹੀਂ ਕਰ ਰਹੇ ਹੋਣੇ ਚਾਹੀਦੇ। ਦਿਸ ਇਜ਼ ਦੀ ਫਸਟ ਕ੍ਰਾਈਟੇਰੀਆ। ਅੱਛਾ, ਕੰਮ ਕਿੱਦਾਂ ਕਰਨਾ? That's the criteria. And the other criteria is you should not have a television at home. For a year or? Yes. Can you imagine? For the last year. That's a criteria. Because the idea is too much of technology has infused your mind. देखो होंदा की है, इन्हों scientific level ते समझ दिया। Scientific की है, we are talking. हाँ जी। ਤੁਸੀਂ ਮੈਨੂੰ ਸੁਣ ਪਾ ਰਹੇ ਹੋ, ਮੈਂ ਤੁਹਾਨੂੰ ਸੁਣ ਪਾ ਰਿਹਾ, ਇਹ ਸਾਡੀ ਆਡੀਅנס ਸੁਣ ਪਾ ਰਹੀ ਹੈ, ਬੜੀ ਅੱਛੀ ਸੁਣ ਪਾ ਰਹੀ ਹੈ, ਜਸਟ ਬਿਕੋਜ਼ ਦੀ waves are being amplified. ਇਹ ਸਾਰੀ electromagnetic waves ਜੀ। This mic has electromagnetic waves, right? Everything is there.
ਜਦ ਤੁਸੀਂ ਇਲੈਕਟ੍ਰੋਮੈਗਨੈਟਿਕ ਵੇਵਸ ਨੂੰ ਬਹੁਤ ਜ਼ਿਆਦਾ ਕੰਜ਼ਿਊਮ ਕਰੋਗੇ, ਟੂ ਮਚ ਆਫ ਇਟ, ਇਟ ਵਿਲ ਸਟਾਰਟ ਗੋਇੰਗ ਟੂ ਹੈਂਪਰ ਯੋਰ ਦਿਸ ਸਿਸਟਮ ਜਿਹਦੇ ਵਿੱਚ ਨੈਚੁਰਲ ਸੈਂਸਰਸ ਲੱਗੇ ਹੋਏ ਨੇ। you have the sensors and actuators. ਭਾਈ ਕੋਈ ਸਮੈਲ ਆਉਂਦੀ ਹੈ, ਗੈਸ ਖੁੱਲੀ ਹੁੰਦੀ ਹੈ, ਤੁਹਾਨੂੰ ਪਤਾ ਲੱਗ ਜਾਂਦਾ ਹੈ। how you get to know? there's a sensor, it's a natural sensor created, right? ਤੇ too much of technology interference with this system actually ਤੁਹਾਡੀ ਪ੍ਰੋਬਲਮਸ ਨੂੰ ਵਧਾਉਣਾ ਸ਼ੁਰੂ ਕਰ ਦੇਗਾ। ਇੱਕ ਸਿੰਪਲ ਜਿਹਾ ਕਨਸੈਪਟ ਹੁੰਦਾ ਸਾਇੰਟੀਫਿਕ ਸਾਇੰਸ ਵਿੱਚ, ਤੁਸੀਂ ਦੇਖਿਆ ਉਹ ਕਾਲ ਡ੍ਰੌਪ ਹੁੰਦੀ ਹੈ। ਕਾਲ ਡ੍ਰੌਪ ਕਦੀ ਕਦੀ ਘਟ ਗਈ। ਕਾਲ ਡ੍ਰੌਪ ਕਿਉਂ ਹੁੰਦੀ ਹੈ? ਕਾਲ ਫੇਲ, ਕਿਉਂਕਿ ਜਦ ਸਿਗਨਲਸ ਦੀ ਬਹੁਤ ਸਾਰੀ ਇੰਟਰਫੇਰੈਂਸ ਵੱਧ ਜਾਂਦੀ ਹੈ, ਕੰਜੈਸ਼ਨ ਹੋ ਜਾਂਦੀ ਹੈ ਨੈਟਵਰਕ ਵਿੱਚ, ਕੰਜੈਸ਼ਨ ਕਾਲ ਡ੍ਰੌਪ ਹੁੰਦੀ ਹੈ। ਵਾਟ ਇਜ਼ ਕੰਜੈਸ਼ਨ? ਕੰਜੈਸ਼ਨ ਇਜ਼ ਕਿ ਬਾਈ ਦੇਰ ਇਜ਼ ਨੋ ਸਟ੍ਰੀਮਲਾਈਨ ਵੇ ਜਿਹਦੇ ਵਿੱਚ ਇੱਕ ਵੇਵ ਟਰੈਵਲ ਕਰ ਪਾ ਰਹੀ ਹੈ, ਜਿਹਦੇ ਕਰਕੇ ਉਹ ਡ੍ਰੌਪ ਹੋ ਗਈ। ਸਿਮਿਲਰਲੀ ਵੈਨ ਦੇਰ ਇਜ਼ ਟੂ ਮਚ ਇੰਟਰਫੇਰੈਂਸ ਆਫ ਦਿਸ, ਇਟ ਵਿਲ ਨਾਟ ਹੈਪਨ। ਔਰ ਇਸ ਚੀਜ਼ ਨੂੰ ਮੈਂ ਕਿਉਂ ਇੰਨਾ ਜ਼ਰੂਰੀ ਹੈ ਸਮਝਣਾ, ਔਰ the way we are doing a podcast and things like this can make people aware, because मैं ਤਾਂ ਇੱਕ ਬੜਾ ਸਿੰਪਲ ਔਰ ਬੜਾ ਪ੍ਰੈਕਟੀਕਲ ਐਗਜ਼ਾਮਪਲ ਲੋਕਾਂ ਨੂੰ ਦਿੰਦਾ। ਲੋਕੀ ਸਿਗਰਟ ਪੀਂਦੇ ਨੇ, ਡਿੱਬੀ ਦੇਖੀ ਕਦੀ ਧਿਆਨ ਨਾਲ? ਨਹੀਂ ਦੇਖੀ? ਨਹੀਂ, ਮਤਲਬ ਇਟਸ ਜਸਟ ਬੀਇੰਗ ਆਬਜ਼ਰਵਡ। ਉਹ ਪੀਂਦਾ ਤਾਂ ਮੈਂ ਵੀ ਨਹੀਂ ਹਾਂ, ਮੈਂ ਵੀ ਸਾਤਵਿਕ ਹਾਂ, ਬਟ ਸਟਿਲ। ਸੋ ਡਿੱਬੇ ਤੇ ਨਾ ਸੜੀ ਹੋਈ ਲੰਗਸ ਬਣੀ ਹੁੰਦੀ ਹੈ, ਚੈੱਕ ਕਰਨਾ, ਪੂਰੀ ਸੜੀ ਹੋਈ। ਤੇ when you buy it, the company itself is reminding you, though under a pressure of government regulation, ਉਹ ਤੁਹਾਨੂੰ ਰਿਮਾਈਂਡ ਕਰਾ ਰਹੀ ਹੈ, ਦੇਖ ਬਈ ਇਹ ਪੀਏਗਾ ਤੇ ਤੇਰੀ ਲੰਗਸ ਐਵੇਂ ਹੀ ਹੋ ਜਾਏਗੀ। ਫਿਰ ਵੀ ਬੰਦਾ ਪੀਂਦਾ ਹੈ, ਰੋਜ਼ ਦੇਖਦਾ, ਦੇਖੋ ਡਿੱਬੀ ਖੋਲਦਾ, ਦੇਖਦਾ। something which people are telling me clearly, I know it health wise, I am watching it, still I am doing it. ਤੇ ਇਹ ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ, ਇਹਨੂੰ ਸਮਝਣਾ ਤੇ ਇਸ ਲਈ ਜ਼ਰੂਰੀ ਕਿਉਂਕਿ ਇਹ ਦਿਖਦੀ ਨਹੀਂ ਹੈ ਨਾ। ਬਟ ਦ ਪੁਆਇੰਟ ਇਜ਼ ਯੂ ਕੈਨ ਸੀ ਦ ਪੋਸਟ ਇੰਪੈਕਟ ਵਾਟ ਯੂ ਸੀ ਨਾਓ। ਤੁਸੀਂ ਦੇਖ ਲਓ ਯੰਗ ਬੱਚਿਆਂ ਦਾ ਸਟੈਮਿਨਾ, ਦੇਖੋ ਕਿੰਨਾ ਸਟੈਮਿਨਾ ਹੈ। ਕਿਸੇ ਬੱਚੇ ਨੂੰ ਕਹਿ ਦਿਓ 5 ਕਿਲੋਮੀਟਰ ਤੇ ਜਾ, 3 ਕਿਲੋਮੀਟਰ ਕਹਿ ਦਿਓ ਭੱਜ ਕੇ ਦਿਖਾ ਦੇ, ਭਾਜੀ ਸੈਕਿੰਡ ਫਲੋਰ ਤੇ ਚੜ੍ਹ ਕੇ ਥੱਕ ਜਾਂਦੇ। ਦੈਨ you see their stamina. So all these things. One more thing, this is again very scientific. Have you observed lot of youngsters now, ਉਹਨਾਂ ਦੀ will power strong ਨਹੀਂ ਹੈ? Have you, ਮਤਲਬ can you experience it? ਐਤੇ ਤੁਸੀਂ ਦੇਖਿਆ? I know that, yeah. ਤੇ ਮੈਂ let me tell you the scientific reason, ਉਹ ਤੁਹਾਨੂੰ ਫਿਰ ਸ਼ੌਕਿੰਗ ਲੱਗੇਗਾ ਕਿਉਂਕਿ ਯਾਰ ਇੰਨਾ ਡੀਪ ਸਿਗਨੀਫਿਕੈਂਸ ਹੈ। yes. So getting into too much obsession, and this obsession of, I'm talking abhi specifically of males, ਕਿਉਂਕਿ ਅਗਰ ਤੁਸੀਂ ਪੂਰੀ lineage ਦੇਖੋਗੇ ਨਾ, the masculine, ਤੁਸੀਂ ਪੁਰਾਣੇ ਟਾਈਮ ਤੋਂ ਚਲੇ ਜਾਓ, the masculine has been a very strong in terms of when it comes to will power ਔਰ ਕਿਸੇ ਵੀ ਚੀਜ਼ ਨੂੰ ਲੈਣਾ। ਤੁਸੀਂ ਪੂਰਾ ਦਾ ਸਿੱਖੀ ਦਾ ਇਤਿਹਾਸ ਦੇਖ ਲਓ, 10 ਸੰਤ ਗੁਰੂ ਹੋਏ, ਕਿੰਨੀ ਹਰ ਜਗ੍ਹਾ ਤੇ ਕੋਈ ਨਾ ਕੋਈ ਪ੍ਰਤਾੜਿਤ ਹੀ ਹੋਇਆ ਨਾ, ਕਿੰਨੀ ਲੜਾਈਆਂ ਲੜੀ। ਐਂਡ ਐਵਰੀ ਟਾਈਮ ਦ ਵਾਰੀਅਰਸ ਹੈਵ ਬੀਨ, they have been coming forward protecting the females, but they have been the warriors. You go back and forth, you talk any religion. So the idea is males have been very strong. So agar main specifically young male ਬੱਚਿਆਂ ਵਿੱਚ ਗੱਲ ਕਰਾਂ, why the willpower have lost? Because too much of excessive masturbation has led to this situation. ਬੰਦਾ ਕਹੇਗਾ ਯਾਰ ਮੈਸਟਰਬੇਸ਼ਨ ਦਾ ਵਿਲ ਪਾਵਰ ਨਾਲ ਕੀ ਲੈਣਾ ਦੇਣਾ? ਮੈਸਟਰਬੇਸ਼ਨ ਦਾ ਵਿਲ ਪਾਵਰ ਨਾਲ ਕੀ ਲੈਣਾ ਦੇਣਾ? ਉਹਦਾ ਤਾਂ ਸੈਕਸ਼ੂਅਲ ਲਾਈਫ ਨਾਲ ਹੀ ਲੈਣਾ ਦੇਣਾ ਨਹੀਂ ਜੀ, ਬਹੁਤ ਵੱਡਾ ਲੈਣਾ ਦੇਣਾ। ਟੂ ਵੈਰੀ ਇੰਪੋਰਟੈਂਟ significance scientifically which goes to this thing. So when you do masturbation and at the ejaculation, ਜਿਹਨੂੰ ਤੁਸੀਂ sperm ਕਹਿੰਦੇ ਹੋ, that is technically when you get into the little of the very roots of spirituality, that is called as Veera. So what is Veera? Veera has that particular, it's that powerful thing which has the power to germinate a life. Yogi ਹੁੰਦੇ ਸੀ, ਕੀ ਕਰਦੇ ਸੀ ਜਿਹੜੇ ਜਿੰਨੇ ਵੀ ਯੋਗੀ ਹੋਏ? So yogi, what the yogi has to do, yogi was supposed to, from their Mooladhar, this energy which is called as Veera, semen, they used to elevate this semen to this chakra which goes to the enlightenment. They don't use to just go that lower energy at lower level. उसी semen, उसी वीरा को ही तो उठाया जाता है ऊपर to get into the state of being a yogi, to have a control and then be strong from the mind.
हाँ मतलब You meant like that. हाँ मतलब आप इसको भी बड़े लेमैन में ऐसा कह सकते हैं. हाँ. अब वी विल नॉट गेट इनटू हाउ टू डू मेडिटेशन, अभी दैट्स नॉट द एजेंडा, बट येस द आइडिया इज उसी वीरा को ही मूलाधार से उठाया जाता है. सो नाउ व्हाट हैपेंस इज व्हेन यू इजैक्यूलेट at the point, so this has been scientifically, at the point of the ejaculation, for that tick, just for a very small tick, there is always a jerk which comes in your heartbeat. And let me tell you, आप इस चीज का statistics उठा के देखिएगा, people, since they are into lot of these activities now, you will find very early age heart attacks as well. Oh my God, okay. हाँ ਤੁਸੀਂ ਦੇਖ ਲਓ, ਮੈਂ ਤਾਂ ਨਾ ਤੁਸੀਂ ਸਟਾਰਟਸ ਕਰੋ अर्ली एज हार्ट अटैक्स ਤੁਹਾਨੂੰ ਬੜੇ ਕੇਸਿਸ ਮਿਲਣਗੇ. But why we only related ਕਿ ਜੀ weak ਹੋ ਜਾਂਦੀ ਹੈ body, the more you do it, the more you're not sexually involved. We are not relating it. That's how it is. That's how it is. The point is, when you are actually, it's about, you are being driven by something. And there is a particular understanding and science to it. If you don't understand it, ਉਹ ਕਹਿੰਦੇ ਨੇ ਨਾ, ਤੁਸੀਂ ਨੇਚਰ ਨੂੰ ਜਦ ਤੁਸੀਂ play ਕਰਨ ਵਾਸਤੇ ਬਣਾ ਦਿਓ, you make everything as a pleasure. You make everything as a pleasure. You have to pay for that pleasure. Pay for the pleasure. True. Example. So then how to control? Example. Somebody goes, somebody says, I go to clubbing, everything, daily, everything, I club, eat, this. No problem. Yeah. No problem. The more you play with your life, you have to pay for it. As simple as that. You spoil it, no problem. It's your choice. You spoil it, but you have to pay for it. That's how it is. Who is stopping you? And a country like Canada will, India ਤੇ ਫਿਰ कहते ਨੇ ਮਾਂ ਬਾਪ, ਇੱਥੇ ਕੌਣ ਕਹੇਗਾ, ਇੱਥੇ ਤਾਂ 18 ਸਾਲ ਦਾ ਹੁੰਦਾ, ਉਹਨੂੰ ਇਹ ਨਹੀਂ ਪਤਾ ਹੁੰਦਾ, ਅੱਛਾ ਯਾਰ ਮੇਰੇ ਮੰਮੀ ਪਾਪਾ ਵੀ ਕੋਈ ਸੀ. Yeah. ਮਤਲਬ ਨਹੀਂ ਪਤਾ ਹੁੰਦਾ. that's how it is. Yeah. And a lot of time this looks not shocking to me since I'm aware of it, but ਦਰਦ ਹੁੰਦਾ ਮੈਨੂੰ ਦੇਖ ਕਰਕੇ ਕਿ ਯਾਰ ਮੰਮੀ ਪਾਪਾ ਨੂੰ ਮਿਲਣ ਵਾਸਤੇ ਵੀ ਅਪਾਇੰਟਮੈਂਟ ਲੈਣਾ ਪੈ ਰਿਹਾ, ਮਾਂ ਪਿਓ ਨੂੰ ਜਾਣ ਵਾਸਤੇ ਨੌਕ ਕਰਨਾ ਪੈ ਰਿਹਾ ਡੋਰ 'ਚ, right? So the idea is, it's your choice. You spoil it, but you have to pay for it. It's as simple as that. And we Choice are is paying. yours. And we are paying. Yes. Because we have a lot of problems and we are doing it ਕੁਝ ਨੈਗੇਟਿਵ ਵੇ ਦੇ ਵਿੱਚ ਅਸੀਂ ਚੱਲ ਰਹੇ ਹਾਂ. ਸੋ ਇਹਨੂੰ ਸਿੰਪਲ ਪ੍ਰੋਸਾਈਜ਼ ਜਿੰਨੀ ਡਿਟੇਲ ਦੇ ਵਿੱਚ ਤੁਸੀਂ ਗੱਲ ਕੀਤੀ ਹੈ, ਹਾਂਜੀ, then how to have a control. ਐਂਡ ਸਿਮਿਲਰਲੀ ਤੁਸੀਂ ਦੇਖੋਗੇ ਵਿਮਨ ਵਿੱਚ ਵੀ ਸੇਮ PCOD ਦੀ ਪ੍ਰੋਬਲਮ ਤੁਸੀਂ ਦੇਖ ਲਓ ਕਿੰਨੀ ਜ਼ਿਆਦਾ ਵੱਧ ਗਈ ਹੈ. ਦੈਟਸ ਅਗੇਨ, ਦਿਸ ਇਜ਼ ਆਲ ਦਿਸ goes to a lifetime. But then how to have a control? If we don't talk about masturbation, ਅਸੀਂ ਕਹਿ ਰਹੇ ਹਾਂ ਨਹੀਂ ਕਰਨੀ ਚਾਹੀਦੀ, ਘੱਟ ਕਰਨੀ ਚਾਹੀਦੀ ਹੈ, ਜਾਂ whatever it is, ਨਾ what count you say, ਆਪਣੀ ਵਿਲ ਪਾਵਰ ਸਟਰੋਂਗ ਕਰਨ ਦੇ ਲਈ ਫਿਰ ਉਸ ਚੀਜ਼ ਤੇ ਕੰਟਰੋਲ ਕਿੱਦਾਂ ਕਰਨਾ ਹੈ? ਕਿਉਂਕਿ ਦੇਖੋ ਜੇ ਵਿਲ ਪਾਵਰ ਸਟਰੋਂਗ ਨਹੀਂ ਹੈ ਤਾਂ ਅਗੇਨ ਦੈਨ ਯੂ ਵਿਲ ਡੂਇੰਗ ਯੂ ਵਟ ਐਵਰ ਯੂ ਕੀਪ ਔਨ ਡੂਇੰਗ, ਹੈ ਨਾ? ਸੋ ਉਹਨੂੰ ਹੀ ਸਟਰੋਂਗ ਕਰਨ ਦੇ ਵਿੱਚ ਆਪਾਂ ਲੈਗ ਕਿੱਥੇ ਕਰ ਰਹੇ ਹਾਂ? ਸੋ ਹਾਊ ਟੂ ਹੈਵ ਅ ਕੰਟਰੋਲ ਔਨ ਦੈਟ, because everybody is talking about problems, nobody is giving the solution. Very nice. So let's talk on the very simple solution. ਤੁਹਾਡਾ ਬੜਾ ਅਗਰ specifically, first of all it's about controlling, and we are very being specific on this part of masturbation. ਜੀ. So let's be very specific on this. ਤੇ ਗੱਲ ਬੜੀ ਸਿੰਪਲ ਜੀ ਆਂਦੀ ਹੈ, what is the state of mind when I get into this act? A child when crosses the puberty, ਉਹਨੂੰ ਥੋੜੀ ਬਹੁਤ ਅਵੇਅਰਨੈਸ ਆਂਦੀ ਹੈ, ਪਤਾ ਲੱਗਦਾ ਹੈ, ਠੀਕ ਹੈ, ਜਾਂ ਤਾਂ ਸਮਝ ਲਓ ਸੈਕਚੁਅਲ ਐਜੂਕੇਸ਼ਨ ਉਹਨੂੰ ਮਿਲਦੀ ਹੈ, ਸਮਥਿੰਗ ਲਾਈਕ ਇਨ ਕੈਨੇਡਾ ਵੇਅਰ ਇਟ ਇਜ਼ ਡਨ ਇਨ ਡਿਊ ਡਿਲੀਜੈਂਸ, ਜਾਂ ਹੁਣ ਇੰਡੀਆ ਵਿੱਚ ਵੀ ਦਿਸ ਹੈਜ਼ ਕਮ ਇਨ ਟੂ ਕਿ ਨਹੀਂ ਬਈ ਪ੍ਰੋਪਰ ਸੈਕਸ ਐਜੂਕੇਸ਼ਨ ਹੋਣੀ ਚਾਹੀਦੀ ਹੈ, ਕਰੈਕਟ, ਠੀਕ ਹੈ. ਤੇ ਬੰਦਾ ਜਦ ਐਜੂਕੇਟ ਹੁੰਦਾ ਹੈ ਤਾਂ ਐਜੂਕੇਟ ਹੋਣ ਦੇ ਬਾਅਦ somebody goes and let's say somebody reads, ਕਿਉਂਕਿ ਬੜੇ ਸਾਰੇ ਇੱਥੇ ਇਸ ਤਰੀਕੇ ਦੇ ਮੈਡੀਕਲ ਸਾਇੰਸ ਦੇ ਤੁਹਾਨੂੰ ਪੇਪਰ ਵੀ ਮਿਲ ਜਾਏਗੇ, ਬਈ masturbation is healthy, this and that, blah blah blah, there are so many things going on. Okay. I say a very simple thing. Why somebody gets into masturbation? Why? Because we don't have a purpose. ਇੱਕ ਬੰਦਾ ਬੈਠਾ ਹੈ, ਇੱਕ ਅੱਜ ਕੱਲ੍ਹ ਬਿਮਾਰੀ ਹੈ ਲੋਕਾਂ ਨੂੰ. I see in my nephew, Papa, I am getting bored. ਉਹ 10 ਮਿੰਟ ਵਿੱਚ ਬੋਰ ਹੋ ਜਾਂਦਾ ਹੈ. When you are getting bored, you don't have a purpose, you don't drive your interest, you don't do something with even a small purpose or a goal. Ultimately, whenever you sit down, ਉਹ ਜਿਹੜੀ ਖਾਲੀਪਨ ਬਣੇਗਾ, ਜੇ ਸਪੇਸ ਬਣੇਗੀ, ਉਹ ਸਪੇਸ ਕਿਤੇ ਨਾ ਕਿਤੇ ਆਕਿਊਪਾਈ ਹੋਏਗੀ. ਠੀਕ ਹੈ ਜੀ. ਹੁਣ ਮੰਨ ਲਓ ਉਸ ਸਪੇਸ ਵਿੱਚ ਇੱਕ ਬੰਦਾ ਗਿਆ, ਉਹਨੂੰ ਕੋਈ ਬੰਦੇ ਲੈ ਗਿਆ ਫੜ ਕੇ, ਚੱਲ ਵੀ ਗੁਰਦੁਆਰੇ ਚੱਲ, ਉਹ ਬਹਿ ਗਿਆ, ਉਹਨੂੰ ਕੁਝ ਸਮਝ ਨਹੀਂ ਆ ਰਿਹਾ, ਉਹ ਬਹਿ ਗਿਆ.
ਬਟ ਉਹ ਹੋਇਆ ਕਿ ਗੁਰਦੁਆਰੇ 'ਚ ਰੋਜ਼ ਆਉਂਦਾ ਹੈ, ਬੰਦੇ ਨੂੰ ਰੋਜ਼ ਕਹਿੰਦਾ ਯਾਰ ਖਾਲੀ ਹੂੰ ਚੱਲ ਵੀ ਫੜ ਕੇ ਲੈ ਗਿਆ। ਹੋਇਆ ਕਿ ਐਵਰੀ ਡੇ ਵੈਨ ਹੀ ਵਾਸ ਸਿਟਿੰਗ ਨਾ, ਉਹਨੂੰ ਥੋੜ੍ਹੀ ਜਿਹੀ ਅਟਿਊਨਮੈਂਟ ਹੋਣ ਲੱਗ ਗਈ, ਸਮਝ ਕੁਝ ਨਹੀਂ ਆ ਰਿਹਾ। ਉਹ ਕਹਿ ਰਿਹਾ ਨਹੀਂ ਯਾਰ ਅੱਛਾ ਤੇ ਲੱਗ ਰਿਹਾ, ਚਲੋ ਜੀ ਚਲੀਏ। ਤੇ ਉਹਦੀ ਸਪੇਸ ਕਿੱਥੇ ਆਕਿਊਪਾਈ ਹੋ ਗਈ? ਉੱਧਰ ਗੁਰਦੁਆਰੇ ਜਾਣ 'ਚ। ਗॉट इट? ਅਨਦਰ ਕੇਸ, ਅ ਪਰਸਨ ਇਜ਼ ਦੇਅਰ, ਸਪੇਸ ਹੈ, ਕੀ ਕਰੀਏ ਯਾਰ? ਉਹਨੇ ਗੂਗਲ ਕਰਿਆ, ਅੱਜ ਕੱਲ੍ਹ ਤੇ ਗੂਗਲ ਹੈ, ਗੂਗਲ ਇਟ ਵਾਟ ਬੈਸਟ ਆਈ ਕੈਨ ਡੂ। ਉਹ ਕਰਦੇ ਕਰਦੇ ਪਹੁੰਚ ਗਿਆ ਇਸੇ ਆਰਟੀਕਲ ਤੇ, ਜਾਂ ਕਿਸੇ ਦੋਸਤ ਨੇ ਦੱਸਤਾ, ਕਿਸੇ ਫਰੈਂਡ ਨੇ ਦੱਸਤਾ, ਉਹਨੇ ਕਿਹਾ ਯਾਰ ਦਿਸ ਇਜ਼ ਕੀ ਦਿੱਕਤ ਹੈ, ਲੈਟਸ ਟਰਾਈ ਦਿਸ। Now, when you try it, it's a biological process. You get the pleasure. Yes, it's a biological. Yeah. So you don't understand it just because of your this one single stupidity or foolishness. You ruin your own self. You do. So the core is, with majority of people, they don't find a purpose. And I specifically say to young parents कि ਤੁਸੀਂ ਜਿਹੜੀ ਵੀ ਮਤਲਬ ਬੜੇ ਸਾਰੇ ਪੇਰੈਂਟਸ ਤੁਹਾਡੀ ਐਸਪਾਇਰੇਸ਼ਨ ਪੂਰੀ ਹੋਈ ਨਹੀਂ ਹੋਈ, ਬਟ ਕਮ ਤੋਂ ਕਮ ਇੰਨੀ ਕਲੈਰਿਟੀ ਜ਼ਰੂਰ ਹੋਣੀ ਚਾਹੀਦੀ ਹੈ। ਐਂਡ ਦੈਟ ਇਜ਼ ਵਾਈ ਦੀ ਸਪਿਰਿਚੁਅਲਿਟੀ ਇਜ਼ ਦ ਨੀਡ ਆਫ ਐਨ ਆਰ। ਵਿਦਾਊਟ ਦੈਟ ਯੂ ਕੈਨੋਟ ਫਿਕਸ ਦ ਪ੍ਰੋਬਲਮ ਵਿਚ ਇਜ਼ ਪ੍ਰੀਵੇਲਿੰਗ। ਇਹ ਬੀਇੰਗ ਸਪਿਰਿਚੁਅਲ ਗਰਾਊਂਡ ਹੀ ਇਹ ਪ੍ਰੋਬਲਮ ਨੂੰ ਫਿਕਸ ਕਰ ਸਕਦਾ ਅਲਟੀਮੇਟਲੀ। ਦੇਰ ਇਜ਼ ਨੋ ਅਦਰ ਵੇ ਟੂ ਇਟ। ਐਂਡ ਦੈਟ ਵੇ ਇਜ਼ ਐਟਲੀਸਟ ਆਪਣੇ ਬੱਚਿਆਂ ਅੰਦਰ, ਇਨ ਯੋਰ ਕਿਡਸ, do ensure right from the beginning of school ਜਾ ਰਹੇ ਨੇ, they should drive with a purpose in their life. ਉਹ ਪਰਪਸ ਹੋ ਸਕਦਾ ਬੜਾ ਸਿੰਪਲ, ਕਿਸੇ ਦਾ ਪਰਪਸ ਹੋਵੇ ਜੀ ਮੈਨੂੰ ਇੱਕ ਸਪੋਰਟਸ ਮਿਲ ਗਿਆ ਔਰ ਮੈਨੂੰ ਇਹਦੀ ਧੁਨ ਸਵਾਰ ਹੋ ਗਈ ਹੈ, I am just mad for it. Somebody says I have got this purpose. It's very important to have a goal or a purpose. If you don't do it, if you just do it monotonous ਕਿ ਯਾਰ ਪੜ੍ਹ ਲੈ, ਵੱਡਾ ਹੋ ਰਿਹਾ ਹੈ, ਚੱਲ ਇਹ ਕਰ ਲੈ, ਇਹ ਕਰ ਲੈ, ultimately there will be a point when you will get slip in a way. True. Society है ना, कहीं ना कहीं से आप कैसे रोकोगे? रहना तो ਇਹਦੇ 'ਚ ਹੀ ਹੈ। So you will get slipped certainly. So that's the solution to it. Yeah. And solution, this is for parents, but to all those who are so called intelligent people and understand everything, मैं simple जी गल वही कहूँगा, choice is yours, life is yours, you play with it, you will be played by the life. You have to pay for it. When you are in this state, ask yourself your purpose. And better is ਤੁਸੀਂ ਅਗਰ time purpose ਤੇ invest ਕਰੋਗੇ ਨਾ, ਤੇ getting into any such thing ਤੁਹਾਨੂੰ masturbation ਯਾਦ ਵੀ ਨਹੀਂ ਆਏਗੀ। ਧਿਆਨ ਨਹੀਂ ਰਹੇਗਾ। ਹਾਂਜੀ, ਹਾਂ, ਧਿਆਨ ਨਹੀਂ ਰਹੇਗਾ, ਫੋਕਸ ਹਟੇਗਾ। ਹਾਂ, that's how it is. ਅਸੀਂ ਛੋਟੇ ਬੱਚੇ ਨੂੰ ਕਰਦੇ ਸੀ ਨਾ, ਜੇ ਛੋਟਾ ਬੱਚਾ ਕਹਿੰਦਾ ਆਈਸਕ੍ਰੀਮ ਖਾਣੀ ਹੈ, ਆਈਸਕ੍ਰੀਮ ਖਾਣੀ ਹੈ, ਆਈਸਕ੍ਰੀਮ ਹੀ ਖਾਣੀ ਹੈ, ਅਸੀਂ ਉਹਨੂੰ ਗੱਲ ਕਰਦੇ ਕਰਦੇ ਕਿਸੇ ਦੂਜੇ ਪਾਸੇ ਉਹਦਾ ਧਿਆਨ ਡਾਇਵਰਟ ਕਰ ਦਿੰਦੇ ਹਾਂ। ਸੋ ਸਿੰਪਲ ਭਾਸ਼ਾ ਦੇ ਵਿੱਚ ਧਿਆਨ ਡਾਇਵਰਟ ਕਰਨਾ ਆਉਣਾ ਚਾਹੀਦਾ, ਮੇਬੀ ਵੇਅਰ ਦੀ ਮੈਡੀਟੇਸ਼ਨ ਕਮਸ। ਐਂਡ ਇੱਕ ਚੀਜ਼ ਹੋਰ ਮੈਂ ਬੜੀ ਸਟਰੋਂਗਲੀ ਕਹਿਣਾ ਚਾਹਾਂਗਾ, ਦਿਸ ਇਜ਼ ਫॉर एवरीबॉडी, ਯੰਗਸਟਰਸ, ਪੀਪਲ, ਅਡਲਟਸ, ਐਵਰੀਬਡੀ, ਕਿਉਂਕਿ ਇਹ ਸਿਰਫ ਯੰਗਸਟਰ ਨਹੀਂ ਹੈ। ਮੈਂ ਤਾਂ ਵੈਸਟੇਜ ਦੇਖਦਾ ਹੈ ਤੇ ਪ੍ਰੋਬਲਮ ਆਈ ਫਾਈਂਡ ਇਟ ਇਨ ਅਡਲਟਸ ਆਲਸੋ, ਬੜੇ ਸਾਰੇ ਸੇਮ ਪ੍ਰੋਬਲਮ। ਉਹਦੀ ਸੈਕਿੰਡ ਪ੍ਰੋਬਲਮ ਹੈ ਕਿ ਸੋਸ਼ਲ ਮੀਡੀਆ ਦੀ ਐਲਗੋਰਿਥਮ ਜਿਸ ਤਰੀਕੇ ਚੱਲਦੀ ਹੈ ਹੁਣ, ਬਈ ਯੂ ਵਾਚ ਵਨ ਕੰਟੈਂਟ, ਸੋਸ਼ਲ ਮੀਡੀਆ ਰੀਡਸ ਕਿ ਇਹ ਤੁਹਾਨੂੰ ਕੰਟੈਂਟ 'ਚ ਇੰਟਰਸਟ ਆ ਰਿਹਾ ਹੈ, ਹੁਣ ਉਹ ਤੁਹਾਨੂੰ ਦਿਖਾਏਗਾ 4 ਉਸ ਤਰੀਕੇ ਦੇ ਕੰਟੈਂਟ, 4 ਦੇ ਦੇਖਣ ਦੇ ਬਾਅਦ 10 ਹੋਰ ਦਿਖਾਏਗਾ। ਹੁੰਦਾ ਕੀ ਹੈ ਹੁਣ ਕਰਦੇ ਕਰਦੇ, ਹੁਣ ਮੈਂ ਤੁਹਾਨੂੰ ਦੱਸਦਾ ਹਾਊ ਦ ਮਾਈਂਡ ਵਰਕਸ। ਸਭ ਵਾਸਤੇ ਬੜਾ ਇੰਪੋਰਟੈਂਟ ਹੈ, ਕਿਉਂਕਿ ਬੰਦੇ ਨੂੰ ਅਗਰ ਇਹ ਸਮਝ ਆ ਜਾਏਗਾ ਤੇ ਉਹ ਫਿਰ ਸ਼ਾਇਦ ਕੋਸ਼ਿਸ਼ ਕਰ ਲੇ। ਹੁੰਦਾ ਕੀ ਹੈ, ਵੈਨ ਵੀ ਆਰ ਡੂਇੰਗ ਸਮਥਿੰਗ ਐਂਡ ਵੀ ਆਰ ਲਿਟਲ ਐਡਿਕਟ ਟੂ ਇਟ, ਬਟ ਵੀ ਆਰ ਨੋਟ ਰੈਡੀ ਟੂ ਐਕਸੈਪਟ ਕਿ ਅਸੀਂ ਐਡਿਕਟ ਹੋ ਚੁੱਕੇ ਹਾਂ। ਐਡਿਕਸ਼ਨ ਤੇ ਹੈ, ਬਟ ਮੈਂ ਮੰਨਣਾ ਨਹੀਂ ਚਾਹੁੰਦਾ, ਚਾਹੇ ਉਹ ਫॉर ਅ ਫਿਊ ਸੈਕਿੰਡਸ ਪਲੇਜਰ ਆਸਤੀ ਦੀ ਐਡਿਕਸ਼ਨ ਹੈ, ਮੈਂ ਮੰਨਣਾ ਨਹੀਂ ਚਾਹੁੰਦਾ। ਤੇ ਦੈਨ ਕੀ ਹੁੰਦਾ, ਬੰਦਾ ਨਾ ਵੈਲੀਡੇਸ਼ਨ ਲੱਭਦਾ ਹੈ ਕਿ ਯਾਰ ਜਿਹੜੀ ਮੈਂ ਚੀਜ਼ ਕਰ ਰਿਹਾ ਗਲਤ ਨਹੀਂ ਹੈ, ਇਹਨੂੰ ਲੱਭੋ, ਇਹਦੇ ਪ੍ਰੂਫ ਲੱਭੋ, ਤਾਂ ਕਿ ਸਾਹਮਣੇ ਵਾਲੇ ਨੂੰ ਮੈਂ ਚੁੱਪ ਕਰਾ ਸਕਾਂ। ਤੁਸੀਂ ਅੱਜ ਇੱਕ ਡਿਬੇਟ ਕਰ ਲਓ ਇਸੀ ਟੌਪਿਕ ਤੇ ਜਿਹੜੀ ਗੱਲ ਕਰੀਏ, ਮੈਂ ਤੁਹਾਨੂੰ ਸ਼ਰਤ ਲਾ ਕੇ ਕਹਿ ਸਕਦਾ, end of the debate would be ਲੜਾਈ। there will be a group of people who ਕहेंगे वो पागल बोल रहे हैं यार, ਇਹ ਦੇਖੋ ਇਹ 10 ਰਿਸਰਚ ਪੇਪਰ। ਅੱਛਾ, ਇਹ ਗੱਲ ਜੋੜਾਂਗੇ। ਹਾਂ, ਰੀਲਸ ਤੋਂ ਤਾਂ ਅਸੀਂ ਜਿਹੜਾ ਤੁਸੀਂ ਕਹਿ ਰਹੇ ਹੋ ਵੈਲੀਡੇਸ਼ਨ ਲੱਭਦੇ ਹਾਂ, ਬਟ ਮੈਂ ਅੱਜ ਕੱਲ੍ਹ ਲੋਕਾਂ ਨੂੰ ਦੇਖਿਆ ਕਿ ਉਹ ਰੀਲਸ ਸੁਣ ਕੇ ਉਸ ਤੋਂ ਬਾਅਦ ਕਮੈਂਟ ਪੜ੍ਹਦੇ ਆ, ਤੇ ਉਹ ਕਮੈਂਟ ਦੇ ਵਿੱਚ ਉਹ ਕਮੈਂਟ ਲੱਭਦੇ ਆ ਜਿਹੜਾ ਉਹਨਾਂ ਦੇ ਥੋਟ ਪ੍ਰੋਸੈਸ ਨਾਲ ਮੈਚ ਕਰਦਾ ਹੈ।
ਤੇ 100 ਕਮੈਂਟ ਦੇ ਵਿੱਚੋਂ ਜਿਹੜਾ ਇੱਕ ਮਿੰਟ ਦੇਖਿਆ ਇਹੀ ਗੱਲ ਹੈ, ਮਤਲਬ ਦੈਨ ਯੂ ਪਰਸੀਵਿੰਗ ਇਟ ਫਰੋਮ ਦੀ ਕਮੈਂਟਸ, ਹੈ ਨਾ। ਸੋ ਅਸੀਂ ਵੈਲੀਡੇਸ਼ਨ ਕੱਲੀ ਰੀਲ ਤੋਂ ਨਹੀਂ, ਅੱਜ ਕੱਲ੍ਹ ਮੈਂ ਬਹੁਤ ਲੋਕੀ ਦੇਖੇ ਉਹਨਾਂ ਨੂੰ ਬੜਾ ਮਜ਼ਾ ਆਉਂਦਾ ਹੈ, ਹੂ ਆਰ ਦੀ ਕਮੈਂਟਰਸ ਹੇਅਰ, ਹੈ ਨਾ, ਵੀ ਆਰ ਵਿਦ ਯੂ। ਸੋ ਕਮੈਂਟ ਗੇਮ ਹੀ ਅਲੱਗ ਹੀ ਗੇਮ ਹੈ। ਐਕਚੁਅਲੀ ਕਿਆ ਹੈ ਨਾ, ਐਵਰੀਬਡੀ ਦਿਸ ਇਜ਼ ਅ ਮਾਸ। ਮਾਸ ਕੀ ਹੁੰਦਾ ਹੈ? ਭੀੜ ਹੈ। ਮਾਸ ਵਿਲ ਫੋਲੋ ਦਾ ਭੀੜ। ਮੈਂ ਮਤਲਬ ਦ ਵੇ ਯੂ ਆਰ ਆਸਕਿੰਗ, ਮੈਂ ਬੜਾ ਇੰਟਰਸਟਿੰਗ ਔਨ ਮਾਈ ਓਨ ਪੋਡਕਾਸਟ ਸ਼ੋ, ਮੇਰਾ ਜਿਹੜਾ ਦਾ ਉਜਵਲ ਸ਼ੋ ਪੋਡਕਾਸਟ ਹੈਗਾ, ਤੇ ਮੈਂ ਕਿਸੇ ਨਾਲ ਕਰ ਰਿਹਾ ਸੀ, ਮੈਂ ਵੀ ਇਹੀ ਸਵਾਲ, ਮੈਂ ਵੀ ਵੀ ਆਰ ਡਿਸਕਸਿੰਗ, ਤੇ ਮੈਂ ਉਹਨੂੰ ਕਿਹਾ, ਕਹਿੰਦਾ ਜੀ ਤੁਹਾਨੂੰ ਇੱਕ ਸਿੰਪਲ ਜੀ ਚੀਜ਼ ਦੱਸਦਾ, ਤੁਸੀਂ ਇੱਕ ਜਗ੍ਹਾ ਨਾ ਗੱਡਾ ਖੋਦਣ ਲੱਗ ਜਾਓ, JCB ਲਾ ਦਿਓ, ਉੱਥੇ ਭੀੜ ਲੱਗ ਜਾਏਗੀ। ਗੱਡਾ ਖੁਦ ਰਿਹਾ ਯਾਰ, ਕੀ ਹੋ ਰਿਹਾ ਕੀ ਹੋ ਰਿਹਾ? ਨਹੀਂ ਯਾਰ ਕੁਝ ਹੋ ਰਿਹਾ। The problem is, see, as you rightly said, let's not talk about the problem. The solution is, the core is, we are actually going with no purpose. Yeah, clueless. I must say it very strongly on this podcast, and I say it openly. Unfortunately, ਅੱਜ ਦੀ ਡੇਟ ਵਿੱਚ ਤੁਸੀਂ ਦੇਖੋਗੇ ਬਥੇਰੇ ਪੋਡਕਾਸਟ ਆ ਚੁੱਕੇ ਨੇ, 80% ਪੋਡਕਾਸਟ ਵੀ ਵਿਦਆਊਟ ਐਨੀ ਪਰਪਸ ਰਨ ਕਰ ਰਹੇ ਨੇ, ਬਿਕੋਜ਼ ਇਟ ਹੈਜ਼ ਕਮ ਐਜ਼ ਅ ਟ੍ਰੈਂਡ। ਤੁਸੀਂ ਉਹਨਾਂ ਨੂੰ ਦੇਖ ਲਓ, ਬਹਿ ਕੇ 2 ਬੰਦੇ ਬੈਠੇ ਨੇ, 2 ਬੈਠੇ ਨੇ, 3 ਬੈਠੇ ਨੇ, ਉਹ ਗੱਲਾਂ ਕਰ ਰਹੇ ਨੇ। ਕੀ ਗੱਲਾਂ ਕਰ ਰਹੇ ਨੇ? ਕੁਝ ਵੀ ਕਰੋ ਯਾਰ, ਕਿਉਂਕਿ ਪੋਡਕਾਸਟ ਟ੍ਰੈਂਡ ਵਿੱਚ ਚੱਲ ਰਿਹਾ ਹੈ। ਬਟ ਫਿਰ ਵੀ ਮੈਂ ਕਹਿੰਦਾ ਨਹੀਂ ਯਾਰ, ਉਹਨਾਂ ਦਾ ਗੋਲ ਹੈ, ਉਹਨਾਂ ਦਾ ਗੋਲ ਹੈ ਯਾਰ ਕੁਝ ਵੀ ਕਰੋ, they have something to do। ਹਾਂ ਨਹੀਂ ਉਹਨਾਂ ਦਾ ਗੋਲ ਨਹੀਂ, ਮੈਂ ਉਹਨਾਂ ਨੂੰ ਫਿਰ ਵੀ ਅਪਰੀਸ਼ੀਏਟ ਕਰਦਾ ਕਿ ਉਹ ਕਹਿੰਦੇ ਯਾਰ ਕੁਝ ਵੀ ਕਰੋ, ਗੋਲ ਹੈ। ਗੋਲ ਕੀ ਹੈ? ਵਿਊਜ਼ ਵਧਣੇ ਚਾਹੀਦੇ ਨੇ, ਵਾਚ ਟਾਈਮ ਵਧਣਾ ਚਾਹੀਦਾ, ਪੈਸੇ ਆਉਣੇ ਚਾਹੀਦੇ ਨੇ। ਦੈਟਸ ਅ ਗੋਲ। ਦ ਆਈਡੀਆ ਇਜ਼, ਉਹ ਫਿਰ ਵੀ ਇੱਕ ਸਹੀ ਚੀਜ਼ ਹੈ। ਮੁੱਦਾ ਹੈ ਕਿ ਇਫ ਯੂ ਹੈਵ ਨੋ ਪਰਪਸ, ਇਵੈਂਚੁਅਲੀ ਯੂ ਵਿਲ ਗੈਟ ਸਟਕ ਅਪ ਸਮਵੇਅਰ। ਕਿਤੇ ਨਾ ਕਿਤੇ ਤੁਸੀਂ ਸਟਕ ਅਪ ਕਰੋਗੇ ਅਗਰ ਤੁਹਾਡੇ ਕੋਲ ਗੋਲ ਨਹੀਂ ਹੈ। ਹਾਂ, ਤੁਹਾਡੇ ਸੰਸਕਾਰ ਬੜੇ ਅੱਛੇ ਰਹੇ ਨੇ, ਕਮਿੰਗ ਫਰੋਮ ਗੁੱਡ ਵੈਰੀ ਡੀਪ ਰੂਟਡ ਪਲੇਸ, ਤੇ ਦੈਨ ਯੂ ਵਿਲ ਬੀ ਬਲੈਸਡ ਇਨਫ ਕਿ ਤੁਹਾਡੀ ਸਪੇਸ ਅੱਛੀ ਜਗ੍ਹਾ 'ਤੇ ਲੱਗ ਜਾਏਗੀ। ਅਦਰਵਾਈਜ਼ ਯੂ ਵਿਲ ਗੋਇੰਗ ਟੂ ਗੈਟ ਸਟਕ ਅਪ ਸਮਵੇਅਰ, ਵਨ ਵੇ ਔਰ ਦੀ ਅਨਦਰ। ਅੱਛਾ, ਮੈਂ ਡਿਫਾਈਨ ਕਰਦਾ, ਕਿਉਂਕਿ ਵੈਨ ਆਈ ਡਿਡ ਦੀ ਇੰਟਰੋਡਕਸ਼ਨ ਕਿ ਤੁਹਾਡਾ ਨਾਮ ਵੀ ਡਾਕਟਰ ਅੱਗੇ ਲੱਗਦਾ, ਤੇ ਲੋਕਾਂ ਨੂੰ ਹੋ ਸਕਦਾ ਸਾਇੰਟੀਫਿਕ ਐਂਡ ਮੈਡੀਕਲ ਗੱਲਾਂ ਤੋਂ ਵੱਧ ਇਹ ਲੱਗੇ ਕਿ ਸ਼ਾਇਦ ਤੁਸੀਂ ਡਾਕਟਰ ਹੋ। ਨਹੀਂ ਮੈਂ ਨਹੀਂ। ਟੁਵਰਡਸ ਯੋਰ ਪ੍ਰੋਫੈਸ਼ਨ, ਨੋ, ਸੋ ਹਾਊ ਦਿਸ ਡਾਕਟਰ ਅਟੈਚਡ ਟੂ ਯੂ ਐਂਡ ਵਾਟ ਯੂ ਡੂ ਐਗਜ਼ੈਕਟਲੀ? ਸੋ ਨੋ, ਆਈ ਐਮ ਨਾਟ ਅ ਡਾਕਟਰ, ਤੇ ਮੈਂ ਬਿਲਕੁਲ ਮੈਂ ਨਕਲੀ ਵਾਲਾ ਡਾਕਟਰ ਹਾਂ ਜੀ, ਠੀਕ ਹੈ। ਆਈ ਸੇ ਇਟ ਲਾਈਕ ਦਿਸ, ਬਟ ਯੈਸ, ਆਈ ਐਮ ਅ ਡਾਕਟਰ ਵਿਚ gives lot of medicines to people mindset for transformation. Yes, I am and that too the honorary PhD. So meri journey has been a super blessed. Started super young, and mera background Indian Armed Forces to hai. At what age you started? So I started obviously 10+2 I went to the Indian Armed Forces. I cracked the system twice. Mainu 2 ਵਾਰੀ recommendation mili. I got clean sheet for Indian Army, but मैं सिर्फ Indian Air Force आस्ते passionate था as a fighter pilot. ते मेरी eyesight इच myopic आ गया 0.25. So it was inner calling. I left, and then in second year of my engineering I started my company. Okay. They which started as a one man, मैं ही manager, मैं ही peon, I was everything, and from there the journey has grown. Started on a bootstrap mode from 5,000 rupees to taking it more than $1 million system. वो भी bootstrap without any funding. ते करते करते journey has been super blessed. What company? And iSouls Group is the company, which is into, it's a leading technology digital analytics company. So we are into end-to-end all technology digital analytics solution. Okay. And मेरा personally out of all passion, मैं खुद more like I have digitized and give lot of leadership sessions in hundreds of colleges and universities. Very nice. And doing lot of things with youngsters, with youth, and ਕਰਦੇ ਕਰਦੇ ਬੜੀ ਸਾਰੀ ਮੈਨੀਫੈਸਟੇਸ਼ਨ ਹੋਈ, ਤੇ ਮੈਨੂੰ ਵੀ ਨਹੀਂ ਪਤਾ ਲੱਗਿਆ। ਕਦੀ ਕਦੀ ਕੀ ਹੁੰਦਾ, ਮੈਂ ਮੇਰੀ ਬੜੀ ਇੰਪੋਰਟੈਂਟ ਲਰਨਿੰਗ ਜਿਹੜੀ ਤੁਹਾਡੇ ਸਵਾਲ ਦੇ ਵਿੱਚ ਲਰਨਿੰਗ ਵੀ ਹੈ, ਡਾਕਟਰੇਟ ਕਿਵੇਂ ਮਿਲਿਆ ਔਰ ਉਹਦੇ ਨਾਲ ਲਰਨਿੰਗ। ਜਿਸ ਮਿਸ਼ਨ ਵਾਸਤੇ ਸ਼ੁਰੂ ਕਰਿਆ ਸੀ ਉਹ ਤੇ ਪਤਾ ਨਹੀਂ ਅਜੇ ਸਫ਼ਰ ਕਿੰਨਾ ਵੱਡਾ ਹੈ, ਆਈ ਡੋਂਟ ਨੋ। ਬਟ ਹੁੰਦਾ ਕੀ ਹੈ, ਤਾਂ ਹੀ ਕਹਿੰਦੇ ਨੇ ਕਿ ਵੈਨ ਯੂ ਏਮ ਫॉर ਸਮਥਿੰਗ, ਨਾਓ this is something very important for all people who are goal oriented, people like you and lot of others who are working with the goal. When you aim something, you run for that goal, but don't become so blind with the goal that you don't enjoy the journey. True. Because journey will come with lot of beautiful flares, and that's happened with me. Mainu pata bhi nahi lagya how I got this, and this is truly like this. So I got in 2000
16 I got a Shahid Bhagat Singh Bravery Award, 16 I got Saraswati Ratan Samman, and 17 I got National Gaurav Award at Vigyan Bhavan. Very nice. So lot of things ਤੇ ਮਤਲਬ it has been all with the divine grace, ਬੜੀ ਸਾਰੀ ਚੀਜ਼ਾਂ ਹੁੰਦੀ ਗਈ। ਕੋਵਿਡ ਦਾ ਟਾਈਮ ਆਇਆ ਜਦ ਸਮੇਂ ਮਿਲਿਆ ਤੇ ਉਸ ਤੋਂ ਉसी ਦੌਰਾਨ ਜਦ ਸੈਕਿੰਡ ਤੇ ਵੇਵ ਸੀ ਤੇ ਆਈ ਵਾਸ ਵੈਰੀ ਇੰਟੈਂਸ ਐਂਡ ਆਈ ਰੋਟ ਸਮਥਿੰਗ ਫਰੋਮ ਮਾਈ ਓਨ ਮੈਨੀਫੈਸਟੇਸ਼ਨ ਤੇ ਮੈਂ ਲਿਖਿਆ ਲੰਬਾ ਜਿਹਾ ਤੇ ਮੈਂ ਸੋਚਿਆ ਯਾਰ ਇਹਨੂੰ ਬਲੌਗ ਬਣਾ ਕੇ ਪਬਲਿਸ਼ ਕਰਾਂਗੇ ਵੈਬਸਾਈਟ ਤੇ। ਸੋ ਵਨ ਆਫ ਦੀ ਇੰਡੀਅਨ IARA ਇਜ਼ ਐਨ ਆਰਗੇਨਾਈਜੇਸ਼ਨ, ਇੰਡੀਅਨ ਅਕੈਡਮਿਕ ਰਿਸਰਚ ਐਸੋਸੀਏਸ਼ਨ, ਉਹਨਾਂ ਦੇ ਚੇਅਰਮੈਨ ਮੇਰੇ ਵਾਕਫ ਨੇ। So he came to me, met me, ਉਹ ਕੋਵਿਡ ਦੇ ਬਾਅਦ ਸਾਰੇ ਬੜੇ ਟਾਈਮ ਤੋਂ ਮਿਲੇ ਨਹੀਂ ਸੀ। ਤਾਂ one day he was going by, passing from my office, he said, ਫੋਨ ਕਰਿਆ, ਉਹਨੇ ਕਹਾ ਯਾਰ ਮਿਲਣ ਆ ਰਹੇ ਹਾਂ। ਸੋ ਵੀ ਸੈਟ ਟੂਗੇਦਰ। ਤਾਂ ਬਾਈ ਚਾਂਸ ਉਹ ਪੇਪਰ ਨਾ ਮੈਂ ਫਾਈਨਲ ਐਡੀਟਿੰਗ ਵਾਸਤੇ ਪਿਆ ਸੀ। ਉਹਨਾਂ ਨੇ ਦੇਖ ਲਿਆ ਤੇ ਦੇਖ ਲਿਆ, ਚੈੱਕ ਕਰ ਲਿਆ ਤੇ ਉਹਨਾਂ ਨੇ ਕਿਹਾ ਯਾਰ ਇਹ ਕੀ ਹੈ? ਮੈਂ ਕਿਹਾ ਜੀ ਮੈਂ ਤਾਂ ਐਵੇਂ ਲਿਖਿਆ। ਕਹਿੰਦਾ ਯਾਰ ਬੜਾ ਜ਼ਬਰਦਸਤ ਲਿਖਿਆ ਹੈ। ਤੇ ਕਹਿੰਦਾ ਕੀ ਕਰੋਗੇ ਇਹਦਾ? ਮੈਂ ਕਿਹਾ ਜੀ ਬਲੌਗ ਪਾਉਣਾ ਹੈ। ਕਹਿੰਦੇ ਪਾ ਦਿੱਤਾ? ਮੈਂ ਕਿਹਾ ਜੀ ਨਹੀਂ। ਕਹਿੰਦੇ ਫਿਰ ਮੈਂ ਲੈ ਕੇ ਜਾ ਰਿਹਾ। ਤਾਂ ਸਿੰਸ ਵੀ ਹੈਵ ਦੈਟ ਕਨੈਕਸ਼ਨ, ਮੈਂ ਕਿਹਾ ਲੈ ਜਾਓ ਜੀ। ਮੈਨੂੰ ਪਤਾ ਸੀ ਕੁਛ ਨਾ ਕੁਛ ਕਰਨਾ ਹੋਏਗਾ ਇਹਨਾਂ ਨੇ। ਅਜੇ ਜੀ ਮੈਨੂੰ ਪਤਾ ਵੀ ਨਹੀਂ ਲੱਗਿਆ। ਇੱਕ ਹਫ਼ਤੇ ਬਾਅਦ ਉਹਨਾਂ ਨੇ ਕੁਛ ਨਹੀਂ ਕਰਿਆ, ਮੈਨੂੰ ਸਿੱਧਾ ਇੱਕ ਲਿੰਕ ਭੇਜਿਆ। ਕਹਿੰਦੇ ਯਾਰ ਉਹ ਤੁਹਾਡਾ ਜਿਹੜਾ ਲਿਖਿਆ ਸੀ ਨਾ ਤੁਸੀਂ, ਉਹ ਰਿਸਰਚ ਪੇਪਰ ਪਬਲਿਸ਼ ਹੋ ਗਿਆ ਇੰਟਰਨੈਸ਼ਨਲ ਜਰਨਲ ਵਿੱਚ। ਸੋ ਦੈਟ ਵਾਜ਼ ਔਨ so I did that was first research paper on SSB. SSB is Service Selection Board, which is one of the with the least selection ratio, the assessment system to get into Indian Armed Forces as an officer. तो ਉਹਦੇ ਵਾਸਤੇ ਮੈਂ ਰਿਸਰਚ ਪੇਪਰ ਲਿਖਿਆ ਸੀ that people who have gone for SSB, ਚਾਹੇ ਉਹ ਫੇਲ ਹੋਏ ਪਾਸ ਹੋਏ, that doesn't matter, but the people who have tried for it, eventually it has been seen that they succeed in their rest of life, ਕਿਉਂਕਿ SSB ਉਹਨੂੰ ਉਸ ਤਰੀਕੇ ਦਾ ਬਣਾ ਦਿੱਤਾ ਹੈ। ਇਸ 'ਤੇ ਉਹ ਰਿਸਰਚ ਪੇਪਰ ਸੀ। ਤੇ ਉਹਨਾਂ ਨੇ ਰਿਸਰਚ ਪੇਪਰ ਲਿਖਿਆ, ਮੈਂ ਇੱਕ ਹੋਰ ਚੀਜ਼ ਲਿਖੀ, ਉਹ ਲਿਖਿਆ। ਆਈ ਵਾਜ਼ ਆਲਰੇਡੀ ਐਨ ਆਥਰ। ਉਹਨਾਂ ਨੇ ਫਿਰ ਰეკਮੈਂਡੇਸ਼ਨ ਲਗਾ ਦੀ ਯੂਨੀਵਰਸਿਟੀ ਆਫ ਟੋਂਗਾ ਦੇ ਵਾਈਸ ਚਾਂਸਲਰ ਨੂੰ, ਆਪਣੀ ਨੋਟ ਲਿਖ ਕੇ, ਦਿਸ ਇਜ਼ ਅ ਜੈਂਟਲਮੈਨ ਐਟ ਸੱਚ ਅ ਯੰਗ ਏਜ, ਹੀ ਹੈਜ਼ ਡਨ ਸੋ ਮੈਨੀ ਥਿੰਗਸ, ਆਈ ਪ੍ਰਪੋਜ਼ ਹਿਮ ਟੂ ਗਿਵ ਅ ਆਨਰਰੀ PhD ਇਨ ਐਂਟਰਪ੍ਰੀਨਿਓਰਸ਼ਿਪ। ਤੇ ਉਹ ਸਕਰੂਟਨੀ ਹੋਈ, और 4-5 महीने बाद everything got, and then one day I got a call कि भाई there is a convocation and we are looking forward to give you honorary PhD. That's how it landed up. But ਉਸ ਤੋਂ ਪਹਿਲੇ ਵੀ और आज भी I give lot of solutioning on mind fixing, on mindset building, on self transformation. ਤੇ ਮੈਂ ਉਹ ਵਾਲਾ ਡਾਕਟਰ ਹੈਗਾ। ਵੈਰੀ ਨਾਈਸ, ਯੂ ਆਰ ਅਮੇਜ਼ਿੰਗ ਡਾਕਟਰ ਉਜਵਲ, ਆਈ ਵੁੱਡ ਸੇ। ਐਂਡ ਬੜਾ ਮੈਨੂੰ ਬਹੁਤ ਅੱਛਾ ਲੱਗਿਆ ਕਿਉਂਕਿ ਇਨ ਡੈਪਥ ਜਦੋਂ ਅਸੀਂ ਕਿਸੇ ਚੀਜ਼ ਨੂੰ ਲੈ ਕੇ ਗੱਲ ਕਰਦੇ ਹਾਂ, ਦੈਟਸ ਸੋਨੇ ਤੇ ਸੁਹਾਗੇ ਵਾਲੀ ਗੱਲ। ਕਿਉਂਕਿ ਔਨ ਸੋਸ਼ਲ ਮੀਡੀਆ ਵੀ ਆਲ ਹੈਵ ਪ੍ਰੋਬਲਮਸ, ਵੀ ਡੋਂਟ ਟਾਕ ਅਬਾਊਟ ਵਾਟ ਟੂ ਡੂ। ਮੇ ਬੀ ਦੈਟਸ ਵੇਅਰ ਵੀ ਆਰ ਲੈਕਿੰਗ। ਆਈ ਹੋਪ ਕਿ ਅੱਜ ਦੀ ਗੱਲਬਾਤ ਤੋਂ ਲੋਕਾਂ ਨੂੰ ਸਿੱਖਣ ਨੂੰ ਮਿਲੇ। ਐਂਡ ਅਖੀਰ 'ਚ ਵਾਟ ਯੂ ਵਾਂਟ ਟੂ ਐਡ, ਤੁਸੀਂ ਕੀ ਐਡ ਕਰਨਾ ਚਾਹੁੰਦੇ ਹੋ? ਐਂਡ ਲੰਬਾ ਪੋਡਕਾਸਟ ਅਸੀਂ ਫੇਰ ਕਰਾਂਗੇ when you will again come. हाँ, surely. And whenever you are coming to India, I'll invite you to my podcast. बस फर्क होएगा, ਇਹ सीट ਅਸੀਂ ਬਦਲ ਦਾਂਗੇ, ਤੁਸੀਂ ਆ ਜਾਓਗੇ, ਇਸ ਤੇ ਮੈਂ ਆ ਜਾਵਾਂਗਾ। ਪਰ ਮੈਂ ਉਹਨੇ ਉਹਦੀਆਂ ਜਵਾਬ ਨਹੀਂ ਦੇ ਪਾਉਂਦਾ। ਅਰੇ ਨਹੀਂ, you are such a lovely and a charming person. You carry a lot of other flares. ਉਹ ਮੈਂ ਤੁਹਾਡੀ ਮਤਲਬ lot of things I can see sense from your face, from your face print, ਬੜੀ ਸਾਰੀ ਚੀਜ਼ਾਂ ਹੈ। But anyways, so that's all. It has been a wonderful show and I believe ਮੇਰਾ final message ਇਹੀ ਰਹੇਗਾ ਸਭ ਨੂੰ, that three things which I always say, that number one, कुछ भी हो जाए लाइफ में, everything drills down to intentions. जब तक तुम्हारी intentions clean नहीं है, तुसी कुछ भी काम कर लो जिंदगी च, you make relationships with people, it's your personal life, it's your professional lives, everything first of all goes to your intention. कोई भी काम करना with always clean and pure intentions. That's one. Second, life, anybody जो भी सुन रहा है, I don't think so. We have been little talking in Punjabi and I believe you have a lot of audience in Punjabi, but मैं ਇਹਨੂੰ ਥੋੜਾ ਜਿਹਾ holistically spiritual angle ਤੇ ਕਹਿੰਦਾ ਕਿ it's very important to always remain connected with your roots, ਕਿਉਂਕਿ ਅੱਜ ਦੇ ਟੈਕਨੋਲੋਜੀ ਐਰਾ ਵਿੱਚ ਜੋ ਤੁਹਾਨੂੰ ਚੀਜ਼ ਨਿਊਟਰਲਾਈਜ਼ ਕਰ ਸਕਦੀ ਹੈ ਉਹ ਰੂਟਸ ਨੇ। ਤੇ ਉਹਦਾ ਸਭ ਤੋਂ ਈਜ਼ੀ ਤਰੀਕਾ ਇਹ ਹੈ, ਤੁਸੀਂ ਕੈਨੇਡਾ ਰਹੋ, ਤੁਸੀਂ US ਰਹੋ, you being in any country in the world, I always request, ਤੁਸੀਂ ਕਿਸੇ ਰਿਲੀਜਨ ਤੋਂ ਆਉਂਦੇ ਹੋ, ਜਿਹੜੇ ਤੁਹਾਡੇ ਘਰ 'ਚ whosoever is your ਇਸ਼ਟ ਦੇਵ, always be humble towards that and ਉਹਨੂੰ ਤੁਸੀਂ ਕਰਦੇ ਰਹਿਣਾ, ਕਿਉਂਕਿ 100% a stage will come in your life ਜਦ you would be completely stuck up and ਉਹ ਆਏਗੀ ਉਹ ਆਣੀ ਜ਼ਰੂਰੀ ਹੈ। ਔਰ ਆਏਗੀ ਕਿਉਂ?
because that's the beauty of life, and that is also defined by your ECG graph. ECG graph is like this, up and down. And any day the graph goes like this, yes, you would be like, yaar reh ki ho gaya mere naal. And that would be the point. You really need something to still get you going, yeah, where you still feel ki yaar, am I okay? ਉਹ ਜਿਹੜੀ ਚੀਜ਼, that particular hidden push, that power to keep you going will come from your roots. ਤੇ ਜੋ ਵੀ ਤੁਹਾਡੇ ਇਸ਼ਟ ਦੇਵ ਨੇ, always keep yourself humble towards that, ਉਹ ਕਰਦੇ ਰਹੋ. And third, keep rocking, ਮौज ਮਾਰਦੇ ਰਹੋ. That's it. very nice, thank you so much ਜੀ, and I hope ਤੁਹਾਡੀ ਜਰਨੀ ਬਹੁਤ ਵਧੀਆ ਰਹੇ. Thank you and ਜੀ, next time whenever you come I'll hope to see you again. Thank you Surely so much. ਜੀ. I hope Thank ਲੋਕਾਂ you ਨੂੰ ਕੁਝ ਸਿੱਖਣ ਨੂੰ ਮਿਲੇ, and for your time again, always Thank you. welcome. Anytime. Thank you ਸਤਿ so ਸ਼੍ਰੀ ਅਕਾਲ much. ਜੀ, ਸਤਿ ਸ਼੍ਰੀ ਅਕਾਲ ਜੀ. Thank you.